ਦੁਬਾਰਾ ਤੋਂ ਮੋਰਚਾ ਲਗਾਉਣ ਦੀ ਲੋੜ ਪੈ ਗਈ ਹੈ, ਕਿੱਥੇ ਕਮੀ ਰਹਿ ਗਈ ਸੀ ਕਿਉਂਕਿ ਇਨਸਾਫ ਹੁਣ ਤੱਕ ਨਹੀਂ ਮਿਲਿਆ? ਦੇਖੋ ਇਹ ਗੱਲ ਜਿਹੜੀ ਹੁਣ ਹੋ ਰਹੀ ਹੈ ਨਾ ਵੀ ਦੁਬਾਰਾ ਆਪਾਂ ਮੋਰਚਾ ਲਾ ਲਿਆ, ਪਹਿਲਾਂ ਸਾਨੂੰ ਇਹ ਗੱਲ ਸਮਝਣੀ ਪਊ ਵੀ ਜੇ 6 ਸਾਲਾਂ 'ਚ ਇਨਸਾਫ ਨਹੀਂ ਦਿੱਤਾ, ਇਹਨਾਂ ਸਰਕਾਰਾਂ ਨੇ ਸਾਨੂੰ ਇਨਸਾਫ ਨਹੀਂ ਦਿੱਤਾ ਤੇ ਹੁਣ ਕਿਉਂ ਦੇਣਗੇ? 6 ਸਾਲ ਹੋ ਗਏ ਨਾ। ਇਹ ਸਮਝ ਕੇ ਹੀ ਪੰਥ ਨੇ ਦਰਬਾਰ ਸਾਹਿਬ ਜਿਹੜਾ ਦੋਖੀ ਆਇਆ ਉਹਦਾ ਸੌਦਾ ਲਾਇਆ ਕਿਉਂਕਿ ਇਨਸਾਫ ਨਹੀਂ ਮਿਲਿਆ। ਸੋ ਸਾਨੂੰ ਵੀ ਹੁਣ ਅਸੀਂ ਲੋਕਾਂ ਤੇ ਮੁੜ ਕੇ ਦੋਸ਼ ਦੇਣ ਲੱਗ ਜਾਾਂਗੇ ਵੀ ਮੋਰਚਾ ਵੀ ਲਾਇਆ, ਲੋਕਾਂ ਨੇ ਸਾਥ ਨਹੀਂ ਦਿੱਤਾ ਤੇ ਅਸੀਂ ਪਰ ਖੜੇ ਕਿੱਥੇ ਆ? ਖੜੇ ਉੱਥੇ ਹੀ ਆ ਜਿੱਥੇ 6 ਸਾਲ ਪਹਿਲਾਂ ਖੜੇ ਸੀ। ਉਹੀ ਗੱਲ ਕਹਿ ਰਹੇ ਆ ਵੀ ਸਾਨੂੰ ਇਨਸਾਫ ਦਿਓ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਹੋਇਆ ਉਹਦਾ ਇਨਸਾਫ ਦਿਓ ਤੇ ਜੋ ਸਾਡੇ ਸ਼ਹੀਦ ਹੋਏ ਆ ਸਿੰਘ ਉਹਨਾਂ ਦਾ ਇਨਸਾਫ ਦਿਓ। ਜਦੋਂ ਇਹਨਾਂ ਨੇ ਦਿੱਤਾ ਹੀ ਨਹੀਂ ਤੇ ਸਾਨੂੰ ਵੀ ਇਨੋਵੇਟਿਵ ਹੋਣਾ ਪਊਗਾ, ਕੋਈ ਨਵੀਂ ਗੱਲ ਲੈ ਕੇ ਆਉਣੀ ਪਊ ਤਾਂ ਹੀ ਲੋਕ ਸਾਥ ਦੇਣਗੇ, ਅਦਰਵਾਈਜ਼ ਲੋਕ ਵੀ ਨਹੀਂ ਸਾਥ ਦਿੰਦੇ। ਤੇ ਸਾਡਾ ਮੋਰਚੇ ਦਾ ਮਕਸਦ ਤਾਂ ਇਹੀ ਹੁੰਦਾ ਨਾ ਵੀ ਲੋਕਾਂ ਤੱਕ ਸਾਡੀ ਆਵਾਜ਼ ਜਾਵੇ ਤੇ ਲੋਕ ਉਸ ਆਵਾਜ਼ ਨੂੰ ਸਮਝ ਕੇ ਸਾਡੇ ਨਾਲ ਤੁਰਨ ਤੇ ਉਸ ਤੋਂ ਬਾਅਦ ਅਸੀਂ ਕੋਈ ਇਨਸਾਫ ਲੈ ਸਕੀਏ। ਹੁਣ ਜਦੋਂ ਪਹਿਲੀ ਐਡੀ ਵੱਡੀ ਮੂਵਮੈਂਟ ਖੜੀ ਸੀ, ਇੰਨਾ ਹੀ ਲੋਕ ਸੀ, ਜੇ ਉਦੋਂ ਨਹੀਂ ਇਨਸਾਫ ਮਿਲਿਆ ਉਸ ਤੋਂ ਬਾਅਦ ਲਗਾਤਾਰ ਜਿਹੜੀਆਂ ਇਨਵੈਸਟੀਗੇਸ਼ਨ ਦੀਆਂ ਇਹ SITs ਵੀ ਬਣਾਈਆਂ ਗਈਆਂ, ਉਹ ਜੱਜਸ ਨੇ ਜਿਹੜੇ ਰਿਟਾਇਰਡ ਜੱਜਸ ਸੀ ਉਹਨਾਂ ਨੇ ਹੈੱਡ ਕੀਤੀਆਂ, ਫਿਰ ਕੋਈ ਇਨਸਾਫ ਨਹੀਂ। ਹਰ ਦੋਸ਼ੀ ਜਿਹੜਾ ਬੇਅਦਬੀ ਕਰਦਾ ਉਹਨੂੰ ਛੱਡ ਦਿੱਤਾ ਜਾਂਦਾ ਇਹ ਕਹਿ ਕੇ ਵੀ ਉਹ ਤਾਂ ਕੋਈ ਉਹਦੇ ਮਾਨਸਿਕ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਸੀ, ਹੈ ਨਾ। ਸੋ ਮੰਦਬੁੱਧੀ ਆ। ਹੁਣ ਇਹ ਗੱਲ ਦੇਖੋ ਤੁਸੀਂ, ਸਾਰੀ ਇੰਟੈਲੀਜੈਂਸ ਇੱਕ ਪਾਸੇ, ਸਾਰੀ ਸਟੇਟ ਇੱਕ ਪਾਸੇ, ਪੁਲਿਸ ਇੱਕ ਪਾਸੇ ਉਹਨਾਂ ਕੋਲੇ, ਹੈ ਨਾ, ਸਾਰੀਆਂ IB ਰॉ ਸਭ ਇੰਟੈਲੀਜੈਂਸ ਏਜੰਸੀਜ਼ ਇੱਕ ਪਾਸੇ। ਜੇ ਉਹ ਵੱਡੇ ਵੱਡੇ ਜਿਹੜੇ ਇੰਟਰਪੋਲ ਰਾਹੀਂ ਵੱਡੇ ਵੱਡੇ ਜਿਹੜੇ ਕ੍ਰਿਮੀਨਲਸ ਆ ਉਹਨਾਂ ਨੂੰ ਬਾਹਰਲੇ ਦੇਸ਼ਾਂ 'ਚੋਂ ਲੈ ਆਉਂਦੇ ਆ ਤੇ ਇਹ ਸਰਕਾਰ, ਤੁਹਾਨੂੰ ਲੱਗਦਾ ਵੀ ਸਟੇਟ ਕੋਲੇ ਕੋਈ ਇਨਫਰਾਸਟ੍ਰਕਚਰ ਹੀ ਹੈ ਨਹੀਂ ਵੀ ਸਾਨੂੰ ਦੋਸ਼ੀ ਨਾ ਲੱਭ ਕੇ ਦੇ ਸਕੇ? ਪਰ ਜਿਹੜੀ ਧਿਰ ਕਰਾ ਰਹੀ ਆ ਉਹ ਤੁਹਾਨੂੰ ਦੋਸ਼ੀ ਕਿੱਥੋਂ ਲੱਭ ਕੇ ਦੇ ਦੂ? ਸੋ ਇਹ ਪਾਲਿਸੀ ਸਟੇਟ ਦੀ ਆ, ਇਹ ਸਰਕਾਰ ਦੀ ਪਾਲਿਸੀ ਆ। ਸੋ ਇਸ ਕਰਕੇ ਸਾਡਾ ਉਹਨਾਂ ਤੋਂ ਇਨਸਾਫ ਮੰਗਣਾ ਵੀ ਗਲਤੀ ਆ। ਮੈਂ ਇੱਕ ਗੱਲ ਮੈਂ ਤੁਹਾਨੂੰ ਦੱਸਦਾ, ਅਸੀਂ ਇਹਦੇ ਤੇ ਬੈਠੇ ਆ ਨਾ, ਮੈਂ ਇਹ ਗੱਲ ਜਿਹੜੇ ਸਾਡੇ ਮੋਰਚੇ ਦੇ ਬੰਦੇ ਆ ਇਹਨਾਂ ਨਾਲ ਵੀ ਇਹੀ ਗੱਲ ਕਰਨਾ ਆ ਵੀ ਤੁਸੀਂ ਇਨਸਾਫ ਕਿਹਨਾਂ ਤੋਂ ਮੰਗ ਰਹੇ ਆ? ਜਿਹੜੇ ਦੋਸ਼ੀ ਆ ਉਹ ਕਿਵੇਂ ਤੁਹਾਨੂੰ ਇਨਸਾਫ ਦੇ ਦੂ? ਸੋ ਸਟਰਕਚਰ 'ਚ ਸਾਡੇ ਵੀ ਪ੍ਰੋਬਲਮ ਆ। ਸਾਨੂੰ ਤਾਂ ਇੱਥੇ ਹੁਣ ਲਿਖ ਕੇ ਲਾਉਣਾ ਚਾਹੀਦਾ ਵੀ ਤੁਸੀਂ ਸਾਨੂੰ ਇਨਸਾਫ ਨਹੀਂ ਦਿੱਤਾ, ਅਸੀਂ ਪਾਤਸ਼ਾਹੀ ਦਾਅਵੇ ਤੇ ਖੜੇ ਆ ਤੇ ਇਦੋਂ ਥੱਲੇ ਨਹੀਂ ਉਤਰਦੇ ਹੁਣ, ਕਿਉਂਕਿ ਤੁਹਾਡਾ ਸਟਰਕਚਰ ਤਾਂ ਫੇਲ ਹੋ ਗਿਆ। ਜਾਂ ਫਿਰ ਤੁਸੀਂ ਤੇ ਇਦੋਂ ਥੱਲੇ ਅਸੀਂ ਨਹੀਂ ਉਤਰਦੇ। ਇਹ ਨੈਰੇਟਿਵ ਅਸੀਂ ਪਿੰਡਾਂ 'ਚ ਵੀ ਲੈ ਕੇ ਜਾਵਾਂਗੇ, ਸੱਥਾਂ 'ਚ ਲੈ ਕੇ ਜਾਵਾਂਗੇ ਤੇ ਮੋਰਚੇ 'ਚ ਬਹਿ ਕੇ ਵੀ ਇਹ ਗੱਲ ਕਰਾਂਗੇ। ਅਸੀਂ ਆਪਦਾ ਨੈਰੇਟਿਵ ਵੀ ਲੈ ਕੇ ਜਾਣਾ ਹੁਣ। ਜਾਂ ਫਿਰ ਤੁਸੀਂ ਸਾਨੂੰ ਕੋਈ ਕਾਨੂੰਨ ਬਣਾ ਲੈਣ ਦਿਓ, ਆਪਦਾ ਇੱਕ ਕੋਰਟ ਬਣਾ ਲੈਣ ਦਿਓ ਤੇ ਆਪਦੀ ਪੁਲਿਸ ਬਣਾ ਲੈਣ ਦਿਓ, ਫਿਰ ਅਸੀਂ ਆਪਦਾ ਨਿਸ਼ਾਨਾ ਆਪੇ ਲੈ ਲਿਆ ਕਰਾਂਗੇ। ਫਿਰ ਅਸੀਂ ਕਿਸੇ ਦਾ ਸੌਦਾ ਨਹੀਂ ਲਾਉਂਦੇ, ਨਾ ਕੋਈ ਮੋਰਚਾ ਲਾਈਏ। ਜਿਹੜਾ ਕੋਈ ਆ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰੂਗਾ ਉਹਦਾ ਇਨਸਾਫ ਅਸੀਂ ਆਪਦੇ ਸਟਰਕਚਰ 'ਚੋਂ ਲੈ ਲਿਆ ਕਰਾਂਗੇ, ਜਾਂ ਫਿਰ ਸਾਨੂੰ ਉਹ ਅਧਿਕਾਰ ਦੇ ਦਿਓ। ਸੋ ਇਹ ਗੱਲਾਂ ਬਹੁਤ ਸੀਰੀਅਸ ਆ। ਸਾਨੂੰ ਕਈ ਵਾਰੀ ਇਹ ਲੱਗਦਾ ਵੀ ਲੋਕ ਨਹੀਂ ਸਾਥ ਦੇ ਰਹੇ, ਪਰ ਲੋਕਾਂ ਨੂੰ ਜਿਹੜੀ ਗੱਲ ਦੀ ਸਮਝ ਆਊਗੀ ਲੋਕ ਉੱਥੇ ਹੀ ਸਾਥ ਦੇਣਗੇ। ਸੋ ਸਾਨੂੰ ਵੀ ਇਨੋਵੇਟਿਵ ਹੋ ਕੇ ਚੱਲਣਾ ਪਊਗਾ। ਤੁਸੀਂ ਕਿਹਾ ਵੀ 6 ਸਾਲ ਬਾਅਦ ਇਨਸਾਫ ਨਹੀਂ ਮਿਲਿਆ, ਮੋਰਚਾ ਲਾਉਣਾ ਪੈ ਗਿਆ। ਮੋਰਚਾ ਤਾਂ ਆਪਾਂ ਲਾਤਾ, ਪਰ ਸਾਡਾ ਨੈਰੇਟਿਵ ਅੱਜ ਦਾ ਕੀ ਹੋਵੇ? ਗੱਲ ਤਾਂ ਉੱਥੇ ਆ ਨਾ, ਜਿਹੜਾ ਬਿਰਤਾਂਤ ਕੀ ਹੋਵੇ ਜਿਹਦੇ ਨਾਲ ਲੋਕ ਸਮਝਣ ਵੀ ਹਾਂ ਗੱਲ ਸਹੀ ਹੋ ਰਹੀ ਆ। ਲੱਗਦਾ ਕਿ ਸਿਆਸੀ ਪਾਰਟੀਆਂ ਨੂੰ ਮੁੱਦਾ ਬਣਾਤਾ ਇਲੈਕਸ਼ਨਾਂ ਵਾਸਤੇ। ਹਮੇਸ਼ਾ ਪਹਿਲੀ ਸਰਕਾਰ ਬਣੀ ਸੀ ਬੇਅਦਬੀ ਦੇ ਮੁੱਦੇ ਤੇ ਬਣੀ ਸੀਗੀ, ਇਹ ਇਨਸਾਫ ਦੇਵਾਂਗੇ, ਹੁਣ ਮੁੜ ਤੋਂ ਉਹੀ ਗੱਲਾਂ ਹੋ ਰਹੀਆਂ ਨੇ। ਅੱਜ ਲੁਧਿਆਣਾ 'ਚ ਬਲਾਸਟ ਹੋ ਜਾਂਦਾ ਹੈ, ਕੀ ਲੱਗਦਾ ਹੈ ਸਥਿਤੀ ਕਿੱਥੇ ਦੇਖਦੇ? ਦੇਖੋ ਗੱਲ ਜਿਹੜੇ ਲੁਧਿਆਣਾ 'ਚ ਹੁਣ ਬਲਾਸਟ ਹੋਇਆ, ਪਿੱਛੇ ਆਪਣੇ ਦਰਬਾਰ ਸਾਹਿਬ ਸੱਚਖੰਡ ਸਾਹਿਬ ਕਿਸੇ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ, ਇਹ ਸਾਰੀਆਂ ਗੱਲਾਂ ਜੁੜੀਆਂ ਹੋਈਆਂ। ਹੁਣ ਸਟੇਟ ਕੀ ਕਰ ਰਹੀ ਆ? ਸਟੇਟ ਇਹ ਗੱਲ ਕਰ ਰਹੀ ਆ ਵੀ ਇੱਥੇ ਪਹਿਲੀ ਗੱਲ ਤਾਂ ਇੱਕ ਜਿਹੜਾ ਖੌਫ ਦਾ ਮਾਹੌਲ ਪੈਦਾ ਕੀਤਾ ਜਾਵੇ ਤਾਂ ਕਿ ਉਸ ਤੋਂ ਬਾਅਦ ਅਸੀਂ ਇਹ ਗੱਲ ਵੀ ਲੈ ਕੇ ਆ ਸਕੀਏ ਵੀ ਇੱਥੇ ਪ੍ਰੈਜ਼ੀਡੈਂਟ ਰੂਲ ਲਾ ਦਿਓ ਤੇ ਅਸੀਂ ਉਸ ਤੋਂ ਬਾਅਦ ਸਿਚੁਏਸ਼ਨ ਨੂੰ ਕੰਟਰੋਲ ਕਿਵੇਂ ਕਰਨਾ। ਪ੍ਰੈਜ਼ੀਡੈਂਟ ਰੂਲ 'ਚ ਤਾਂ ਪਾਵਰ ਹੋਰ ਸੈਂਟਰਲਾਈਜ਼ ਹੋ ਗਈ ਨਾ। ਆ ਜਿਹੜੇ ਵੋਟਾਂ ਨੂੰ ਲੜੀ ਜਾਂਦੇ ਆ, ਇਹ ਵੋਟਾਂ ਵਾਲੇ ਤਾਂ ਇਹ ਤਾਂ ਖੇਡ ਹੀ ਕੁਛ ਨਹੀਂ, ਸੈਂਟਰ ਗੇਮ ਹੀ ਕੁਛ ਹੋਰ ਖੇਡ ਰਿਹਾ। ਡੀਪ ਸਟੇਟ ਗੇਮ ਜਿਹੜੀ ਖੇਡ ਰਹੀ ਆ ਉਹ ਇਹ ਖੇਡ ਰਹੀ ਆ ਵੀ ਇੱਥੇ ਅੱਜ ਜਿਹੜੀ ਸਿੱਖਾਂ ਦੀ ਇੱਕ ਪਾਸੇ ਤਾਂ ਅਪੀਜ਼ਮੈਂਟ ਕਰੋ ਇਸ ਕੌਮ ਦੀ, ਇਹਨਾਂ ਨੂੰ ਆਪਦੇ ਨਾਲ ਤੋਰੋ। ਉਹ ਨਾਲ ਤਾਂ ਤੁਰਨਗੇ ਜੇ ਇੱਥੇ ਖੌਫ ਦਾ ਮਾਹੌਲ ਪੈਦਾ ਹੋਊ ਤੇ ਅਸੀਂ ਬਦਨਾਮ ਇਹਨਾਂ ਨੂੰ ਹੀ ਕਰਾਂਗੇ ਤੇ ਇਹਨਾਂ ਨੇ ਕਹਿਣਾ ਸਾਨੂੰ ਨਹੀਂ ਬਦਨਾਮ ਨਾ ਕਰੋ ਤੇ ਅਸੀਂ ਤੁਹਾਡੇ ਨਾਲ, ਤੁਸੀਂ ਦੱਸੋ ਕੀ ਕਰਨਾ, ਮਾੜਾ ਮੋਟਾ ਸਾਨੂੰ ਜੋ ਵੀ ਕੁਝ ਦੇ ਲੈ ਕੇ ਅਸੀਂ ਤੁਹਾਡੇ ਨਾਲ ਆ।
ਦੂਜੀ ਇਹਦੀ ਜਿਹੜੀ ਪਾਲਿਸੀ ਆ ਉਹ ਇਹ ਆ ਵੀ ਵੋਟਾਂ ਵਾਲਾ ਮਾਹੌਲ ਇੱਥੇ ਇਹ ਕਹਿ ਕੇ ਵੀ ਇੱਥੇ ਤਾਂ ਮਾਹੌਲ ਖਰਾਬ ਆ ਤੇ ਵੋਟਾਂ ਵਾਲਾ ਮਾਹੌਲ ਜਮਾਂ ਹੀ ਮਨਫੀ ਕਰਕੇ ਪ੍ਰੈਜ਼ੀਡੈਂਟ ਰੂਲ ਲਿਆਉਣ ਵਾਲੀ ਸਿਚੁਏਸ਼ਨ ਵੀ ਲੈ ਕੇ ਆਓ ਤਾਂ ਕਿ ਅਸੀਂ ਮੁੰਡਿਆਂ ਨੂੰ ਘਰ ਚੋਂ ਕੱਢ UAPA ਲਾਲਾ ਜੇਲ੍ਹਾਂ 'ਚ ਸਿੱਟ ਕੇ ਤੇ ਉਹਨਾਂ ਤੇ ਤਸ਼ੱਦਦ ਕਰੀਏ। ਸਾਡੇ ਨਾਲ ਪਹਿਲਾਂ ਹੋਇਆ, ਸਾਡੇ ਤੇ ਤਾਂ ਰੂਲ ਹੀ ਬਦਲ ਦਿੰਦੇ ਆ ਨਾ ਇਹ। ਜੇ ਪ੍ਰੈਜ਼ੀਡੈਂਟ ਰੂਲ ਜਿੱਥੇ ਲੱਗਦਾ ਵਿਦਿਨ 6 ਮੰਥਸ ਉੱਥੇ ਇਲੈਕਸ਼ਨ ਕਰਾਉਣੇ ਹੁੰਦੇ ਆ, ਅਸੀਂ ਪ੍ਰੈਜ਼ੀਡੈਂਟ ਰੂਲ ਲਾ ਕੇ ਸਾਡੇ 5 ਸਾਲ ਤੱਕ ਕੁਝ ਨਹੀਂ ਇਲੈਕਸ਼ਨ। ਸੋ ਇਹ ਜਿਹੜਾ ਸਾਰਾ ਮਾਹੌਲ ਆ, ਇਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਵੀ ਤੁਸੀਂ ਸਾਨੂੰ ਹੁਣ ਬਦਨਾਮ ਤੇ ਪ੍ਰਵੋਕ ਕਰਨਾ ਬੰਦ ਕਰੋ। ਜੇ ਅੱਜ ਕਿਤੇ ਚਾਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਆ, ਚਾਹੇ ਭਗਵਤ ਗੀਤਾ ਦੀ ਬੇਅਦਬੀ ਹੋਈ, ਅਸੀਂ ਉਹ ਵੀ ਨਹੀਂ ਜਰਾਂਗੇ। ਕਿਉਂਕਿ ਗੱਲ ਇਹ ਆ, ਸਾਡੇ ਗੁਰੂ ਸਾਹਿਬ ਨੇ ਇਹੀ ਤਾਂ ਸਿਧਾਂਤ ਸਿਖਾਇਆ ਨਾ ਵੀ ਅਸੀਂ ਚਾਹੇ ਸਾਡਾ ਵਿਰੋਧੀ ਧਿਰ ਕਿਉਂ ਨਾ ਹੋਵੇ ਸਿਧਾਂਤਕ ਤੌਰ ਤੇ, ਪਰ ਉਹਨੂੰ ਵੀ ਕੋਈ ਜੋ ਜ਼ਬਰ ਤੇ ਜ਼ੁਲਮ ਨਾਲ ਤੰਗ ਕਰੇ ਜਾਂ ਖਤਮ ਕਰੇ, ਇਹ ਨਹੀਂ ਅਸੀਂ ਹੋਣ ਦੇਵਾਂਗੇ। ਸੋ ਪੰਜਾਬ 'ਚ ਜਿਹੜੀ ਗੱਲ ਵਾਪਰ ਰਹੀ ਹੈ ਨਾ, ਇੱਕ ਪਾਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਉਸ ਤੋਂ ਬਾਅਦ ਫਿਰ ਭਗਵਤ ਗੀਤਾ ਉਹਨਾਂ ਦੀ ਬੇਅਦਬੀ ਹੁੰਦੀ ਆ। ਅਸੀਂ ਉਹਨਾਂ ਨੂੰ ਵੀ ਇਹ ਗੱਲ ਕਹਿੰਦੇ ਆ ਵੀ ਤੁਹਾਡੇ ਨਾਲ ਖੜੇ ਆ, ਤੁਸੀਂ ਇਸ ਇਨਸਾਫ ਦੇ ਸਿਸਟਮ ਤੋਂ, ਕ੍ਰਿਮੀਨਲ ਜਸਟਿਸ ਸਿਸਟਮ ਤੋਂ ਇਨਸਾਫ ਲੈਣ ਦੀ ਕੋਸ਼ਿਸ਼ ਕਰੋ। ਜੇ ਤੁਹਾਨੂੰ ਨਹੀਂ ਮਿਲਦਾ ਫਿਰ ਤੁਸੀਂ ਵੀ ਆਪਦਾ ਇਨਸਾਫ ਆਪੇ ਲੈ ਲਓ, ਜਿਵੇਂ ਪੰਥ ਨੇ ਲੈ ਲਿਆ। ਸੋ ਜਿਹੜੀ ਗੱਲ ਆਪਾਂ ਪੂਰੀ ਕਰ ਲਈਏ ਜੀ, ਗੱਲ ਇਹ ਆ ਵੀ ਇੱਥੇ ਡੀਪ ਸਟੇਟ ਆ ਉਹ ਸਾਡੇ ਵਿਰੁੱਧ ਸਾਜ਼ਿਸ਼ਾਂ ਘੜ ਰਹੀ ਆ। ਅਦਰਵਾਈਜ਼ ਸਾਨੂੰ ਅੱਛਾ ਸਾਡੇ ਤੇ ਹੀ ਜ਼ੁਲਮ ਕਰਦੇ ਆ, ਸਾਨੂੰ ਹੀ ਕਹਿ ਦਿੰਦੇ ਆ ਵੀ ਭਾਈਚਾਰਕ ਸਾਂਝ ਨਾ ਤੋੜੋ। ਤੁਸੀਂ ਇੱਕ ਗੱਲ ਪੁੱਛੋ ਇਹਨਾਂ ਨੂੰ ਵੀ ਅੱਜ ਤੱਕ ਅਸੀਂ ਕਿਸੇ ਤੇ, ਕਿਸੇ ਭਾਈਚਾਰੇ ਤੇ, ਕਿਸੇ ਹੋਰ ਕੌਮ ਤੇ ਇਹ ਤੌਹਮਤ ਲਾਈ ਆ ਵੀ ਤੁਸੀਂ ਕਰਾ ਰਹੇ ਹੋ? ਅਸੀਂ ਤਾਂ ਸਰਕਾਰਾਂ ਤੇ ਲਾਈ ਆ। ਸੋ ਭਾਈਚਾਰਕ ਸਾਂਝ, ਅਸੀਂ ਠੇਕਾ ਲਿਆ ਭਾਈਚਾਰਕ ਸਾਂਝ ਦਾ ਵੀ ਸਾਡੇ ਤੇ ਹੀ ਜ਼ੁਲਮ ਕਰੋ ਤੇ ਸਾਨੂੰ ਹੀ ਕਹਿ ਦਿਓ ਤੁਸੀਂ ਭਾਈਚਾਰਕ ਸਾਂਝ ਨਾ ਤੋੜੋ। ਅਸੀਂ ਕਦੋਂ ਭਾਈਚਾਰਕ ਸਾਂਝ ਤੋੜੀ ਆ? ਭਾਈਚਾਰਕ ਸਾਂਝ ਤਾਂ ਤੁਸੀਂ ਖਰਾਬ ਕਰ ਰਹੇ ਹੋ। ਸੋ ਅਸੀਂ ਠੇਕਾ ਨਹੀਂ ਲਿਆ ਸਿੱਖਾਂ ਨੇ ਜਾਂ ਪੰਜਾਬੀਆਂ ਨੇ ਹੁਣ ਵੀ ਤੁਹਾਡੀ, ਤੁਸੀਂ ਸਾਨੂੰ ਬਦਨਾਮ ਵੀ ਕਰੋ, ਤੁਸੀਂ ਸਾਨੂੰ ਮੁੜ ਕੇ ਭਾਈਚਾਰਕ ਸਾਂਝ ਦਾ ਪਾਠ ਵੀ ਪੜਾਓ ਤੇ ਤੁਸੀਂ ਸਾਨੂੰ ਮੁੜ ਕੇ ਗੋਡਿਆਂ ਪਰਨੇ ਵੀ ਲਾ ਲਓ। ਹੁਣ ਜਿੱਥੇ ਅਸੀਂ ਆ ਕੇ ਖੜ ਗਏ ਆ, ਇਹ ਤਾਂ ਲਕੀਰ ਖਿੱਚੀ ਗਈ ਆ। ਗੱਲਾਂ ਤਾਂ ਜਮਾਂ ਐਨ ਪ੍ਰਤੱਖ ਰੂਪ 'ਚ ਤੇ ਸਹੀ ਹੋਣਗੀਆਂ। ਤੇ ਜੇ ਤੁਸੀਂ ਗੱਲ ਇਹ ਆ ਵੀ ਅੱਜ ਤੱਕ ਸਾਨੂੰ ਇਹਨਾਂ ਨੇ ਘੜੀਸਿਆ ਹੀ ਆ ਨਾ, ਜਦੋਂ ਤੋਂ ਆਪਦੇ ਹੱਕ ਮੰਗਣ ਲੱਗੇ ਆ ਤੁਹਾਨੂੰ ਉਦੋਂ ਤੱਕ ਘੜੀਸਿਆ ਹੀ ਆ, ਇਹ ਹੋਰ ਘੜੀਸਣਗੇ। ਤੇ ਆ ਜਿਹੜੀਆਂ ਪੋਲੀਟੀਕਲ ਪਾਰਟੀਆਂ ਅੱਜ ਚੋਣਾਂ ਲੜ ਰਹੀਆਂ, ਇਹ ਗੱਲ ਸੁਣ ਲੈਣ ਵੀ ਜੇ ਅੱਜ ਇਹਨਾਂ ਨੇ ਪੰਜਾਬ ਦੇ ਹੱਕ 'ਚ ਸਟੈਂਡ ਨਾ ਲਿਆ ਨਾ ਤੇ ਸੈਂਟਰ ਦੇ ਹੱਕ 'ਚ ਸਟੈਂਡ ਲਈ ਫਿਰੇ ਰਹੇ ਤਾਂ ਹਸ਼ਰ ਇਹਨਾਂ ਦਾ ਵੀ ਇਹੀ ਹੋਣਾ ਵੀ ਇੱਥੇ ਜਿਹੜੀ ਲੰਗੜੀ ਫੌਜਦਾਰੀ ਦੀ ਕੁਰਸੀ ਲਈ ਇਹ ਲੜ ਰਹੇ ਆ ਉਹ ਮਿਲਣੀ ਇਹਨਾਂ ਨੂੰ ਵੀ ਨਹੀਂ। ਸੋ ਅੱਜ ਪੋਲੀਟੀਕਲ ਪਾਰਟੀਆਂ ਨੂੰ ਵੀ ਆਪਾਂ ਇਹ ਗੱਲ ਕਹਿ ਦਈਏ ਵੀ ਸਟੈਂਡ ਲਓ ਪੰਜਾਬ ਦੇ ਹੱਕ 'ਚ, ਕਿਉਂਕਿ ਪੰਜਾਬ ਦੀ ਇੱਕ ਕਿੱਡੀ ਬੇਤੁਕੀ ਗੱਲ ਆ ਵੀ ਇੱਕ ਬੰਬ ਬਲਾਸਟ ਹੋ ਜਾਂਦਾ ਤੇ ਕਿਸੇ ਵੀ ਧਿਰ ਨੂੰ ਕੀ ਇਹਦਾ ਫਾਇਦਾ, ਪੰਜਾਬ ਦੀ ਨੂੰ ਵੀ ਕਚਹਿਰੀਆਂ 'ਚ ਬੰਬ ਬਲਾਸਟ ਕਰਦੇ ਯਾਰ। ਕਿੱਡੀ ਬੇਤੁਕੀ ਗੱਲ ਆ ਇਹ। ਤੁਸੀਂ ਸਾਰਾ ਇਤਿਹਾਸ ਕੱਢ ਲਓ, ਜਿਹੜੀ ਧਿਰ ਨੇ ਕੋਈ ਬੰਬ ਬਲਾਸਟ ਵੀ ਕੀਤਾ ਹੋਊਗਾ, ਆ ਭਾਈ ਤੁਸੀਂ ਮੈਨੂੰ ਐਂ ਲੱਗ ਰਿਹਾ ਜਿਵੇਂ ਐ ਰੋਕ ਜੇ ਰਹੇ ਹੋ, ਕਿਉਂਕਿ ਉਹ ਹੁਣ ਜਿਹੜਾ ਗੱਲ ਆ ਉਹਦਾ ਹੁਣ ਸੋ ਗੱਲ ਇਹ ਆ ਵੀ ਕੋਈ ਵੀ ਸਾਡਾ ਇਤਿਹਾਸ ਕੱਢ ਲਓ, ਜਦੋਂ ਵੀ ਕੋਈ ਕਿਲਿੰਗਸ ਵੀ ਹੋਈਆਂ ਨਾ ਸੰਘਰਸ਼ੀ ਧਿਰ ਨੇ ਕੀਤੀਆਂ, ਉਹ ਟਾਰਗੇਟ ਪੋਲੀਟੀਕਲ ਕਿਲਿੰਗਸ ਹੋਈਆਂ। ਐ ਨਹੀਂ ਵੀ ਇਨੋਸੈਂਟਸ ਨੂੰ ਕਿਸੇ ਨੇ ਮਾਰਤਾ ਜਾ ਕੇ। ਸੋ ਅਸੀਂ ਇਹੋ ਜਿਹੇ ਬੰਦੇ ਨਹੀਂ ਆ, ਨਾ ਅਸੀਂ ਹੁਣ ਬਦਨਾਮੀ ਚਾਹੀਏ ਤੁਹਾਡੀ 'ਚ, ਨਾ ਅਸੀਂ ਇਸ ਡਰਾਵੇ ਚਾਹੀਏ। ਅੱਜ ਲੋੜ ਇਹ ਆ ਵੀ ਪੰਜਾਬ 'ਚ ਰਹਿਣ ਵਾਲੇ ਹਰ ਕਿਸੇ ਕੌਮ ਦੇ ਜਿਹੜੀ ਕੌਮ ਆ ਉਹਨਾਂ ਨੂੰ ਜ਼ਰੂਰਤ ਆ ਵੀ ਪੰਜਾਬ ਦੇ ਹੱਕ 'ਚ ਆ ਕੇ ਖੜੇ ਹੋ। ਨਾ ਅਸੀਂ ਇਹ ਚਾਹੁੰਦੇ ਆ ਵੀ ਇੱਥੇ ਕੋਈ ਮਾਹੌਲ ਵਿਗੜੇ। ਇੱਥੇ ਲਾਅ ਐਂਡ ਆਰਡਰ ਬਹੁਤ ਬਾਕਮਾਲ ਅਸੀਂ ਰੱਖਾਂਗੇ, ਪਰ ਜੇ ਤੁਹਾਡਾ ਸਟਰਕਚਰ ਫੇਲ ਆ ਤਾਂ ਫਿਰ ਅਸੀਂ ਸਾਨੂੰ ਦੇ ਦਿਓ, ਅਸੀਂ ਬਣਾ ਲੈਂਦੇ ਆ ਲਾਅ ਐਂਡ ਆਰਡਰ ਤੇ ਬਣਾ ਕੇ ਦਿਖਾਉਣੇ ਆ ਤੁਹਾਨੂੰ। ਸਿੱਧੂ ਸਾਹਿਬ, ਜਿਵੇਂ ਇਲੈਕਸ਼ਨਾਂ ਦੇ ਨੇੜੇ ਆਪਾਂ ਗੱਲ ਕਰਦੇ ਹਾਂ, ਜਿਵੇਂ ਪਿਛਲੇ ਆਪਾਂ ਬਰਗਾੜੀ ਦੀ ਗੱਲ ਕਰ ਲਈਏ, ਉਦੋਂ ਵੀ ਇਲੈਕਸ਼ਨ ਨੇੜੇ ਸੀ, ਹੁਣ ਵੀ ਇਲੈਕਸ਼ਨਾਂ ਦੇ ਨੇੜੇ ਕੋਸ਼ਿਸ਼ ਕੀਤੀ ਹੈ ਤੇ ਸਿਆਸੀ ਪਾਰਟੀਆਂ ਤਾਂ ਇਹ ਕਹਿ ਰਹੀਆਂ ਏਜੰਸੀਆਂ ਦਾ ਕੰਮ ਆ, ਫਿਰ ਉਹ ਏਜੰਸੀਆਂ ਕੌਣ ਆ, ਕਿ ਕੌਣ ਪੈਦਾ ਕਰਦਾ? ਡੀਪ ਸਟੇਟ ਭਾਈ, ਇਹ ਸਮਝੋ ਤੁਸੀਂ ਸਿਰਫ ਆਪਦੀ ਮਾਨਸਿਕਤਾ ਜਿਹੜੀ ਰੱਖੀ ਆ ਉਹ ਪੋਲੀਟੀਕਲ ਪਾਰਟੀਆਂ ਤੱਕ ਰੱਖ ਲਈ ਵੀ ਬੀਜੇਪੀ, RSS, ਆ ਜਿਹੜੀ ਬੀਜੇਪੀ, ਕਾਂਗਰਸ, ਫਿਰ ਆਮ ਆਦਮੀ ਪਾਰਟੀ, ਫਿਰ ਆਪਣੇ ਇੱਥੇ ਜਿਹੜਾ ਹੋਰ ਸਾਡੀਆਂ ਖੇਤਰੀ ਪਾਰਟੀਆਂ ਆ ਵੀ ਇਦੋਂ ਗਾਂ ਦੇਖਦੇ ਹੀ ਨਹੀਂ। ਦੇਖੋ ਜਿਹੜੀਆਂ ਇੱਕ ਮਿੰਟ ਜਿਹੜੀਆਂ ਗੱਲਾਂ ਵਾਪਰ ਰਹੀਆਂ ਉਹਨੂੰ ਸਮਝੋ। ਜਿਹੜੀ ਸਟੇਟ ਆ ਨਾ, ਕੋਈ ਵੀ ਦੇਸ਼ ਆ, ਉਹ ਕੌਣ ਚਲਾਉਂਦਾ? ਉਹ ਡੀਪ ਸਟੇਟ ਚਲਾਉਂਦੀ ਆ। ਪੋਲੀਟੀਕਲ ਪਾਰਟੀਆਂ ਦੇ ਪਿੱਛੇ ਇੱਕ ਡੀਪ ਸਟੇਟ ਬੈਠੀ ਆ। ਡੀਪ ਸਟੇਟ ਕੀ ਹੁੰਦੀ ਆ? ਸਟੇਟ ਹੁੰਦੀ ਆ ਇੰਸਟੀਟਿਊਟਸ,
ਇੰਟੈਲੀਜੈਂਸ ਏਜੰਸੀਜ਼, ਉਹਦਾ ਜਿਹੜਾ ਕਾਨੂੰਨੀ ਢਾਂਚਾ, ਉਹਦਾ ਇਲੈਕਸ਼ਨ ਕਮਿਸ਼ਨ, ਇੱਥੇ ਜਿਹੜੀਆਂ ਆਪਾਂ ਇਲੈਕਸ਼ਨ ਕਮਿਸ਼ਨ ਤੋਂ ਬਾਅਦ ਸਾਡੇ ਕੋਲੇ ਆ ਜਿਹੜੀ IB ਰॉ ਸਭ ਇਹ ਸਟੇਟ ਇਹ ਬੁਲਾ ਕੇ ਸਟੇਟ ਬਣਦੀ ਹੈ ਇੱਕ। ਹੁਣ ਜਿਹੜੀ ਸਟੇਟ ਆ ਉਹ ਡਿਸਾਈਡ ਕਰਦੀ ਆ ਵੀ ਜਿਹੜੀ ਪੋਲੀਟੀਕਲ ਪਾਰਟੀ ਜਾਂ ਜਿਹੜੀ ਸਾਨੂੰ ਵਿਚਾਰਧਾਰਾ ਚਾਹੀਦੀ ਆ ਉਹ ਕਾਂਗਰਸ ਵਾਲੇ ਚਾਹੀਦੇ ਆ ਕਿ BJP ਵਾਲੇ ਚਾਹੀਦੇ ਆ। ਕਾਂਗਰਸ ਵਾਲੇ ਸੈਕੂਲਰ ਆ ਜਿਹੜੇ ਧਰਮ ਨਿਰਪੱਖਤਾ ਨੂੰ ਅੱਗੇ ਲੈ ਕੇ ਚੱਲਦੇ ਆ, ਤੇ BJP ਵਾਲੇ ਸਿੱਧੇ ਤੌਰ ਤੇ ਰਾਈਟ ਵਿੰਗ ਆ ਜਿਹੜੇ ਇਹ ਕਹਿੰਦੇ ਆ ਵੀ ਅਸੀਂ ਹਿੰਦੂ ਰਾਸ਼ਟਰ ਬਣਾਵਾਂਗੇ। ਸੋ ਇਹ ਸਟੇਟ ਦੇ ਫੈਸਲੇ ਆ, ਔਰ ਸਟੇਟ ਨੇ ਜਿਹੜਾ ਸਟਰਕਚਰ ਪੈਦਾ ਕੀਤਾ ਹੋਇਆ ਉਹ ਇਹ ਆ ਵੀ ਹਰ 5 ਸਾਲ ਬਾਅਦ ਉਹ ਆਪ ਹੀ ਆਪਦੀ ਵਿਚਾਰਧਾਰਾ ਉਹ ਬਦਲਦੀ ਆ। ਸੋ ਸਾਡੇ ਜਿਹੜੇ ਸਾਰੇ ਹਮਲੇ ਆ ਉਹ ਇੱਥੋਂ ਤੱਕ ਹੀ ਰਹਿ ਜਾਂਦੇ ਆ ਵੀ ਦੇਖੋ ਆ BJP ਐਂ ਕਰ ਰਹੀ ਆ ਫਲਾਨਾ, ਕਿਉਂਕਿ ਉਹ ਤੇ ਰਾਜ ਪਾਵਰ ਚ, ਕੱਲ ਨੂੰ ਕਾਂਗਰਸ ਆ ਗਈ ਤੁਸੀਂ ਫਿਰ ਮੁੜ ਕੇ ਕਾਂਗਰਸ ਨੂੰ ਕਹਿਣ ਲੱਗ ਜਾਓਗੇ ਕਾਂਗਰਸ ਐਂ ਕਰ ਰਹੀ ਆ। ਬਦਲਣਾ ਕੁਝ ਵੀ ਨਹੀਂ। ਕਿਉਂ ਨਹੀਂ ਬਦਲਣਾ? ਕਿਉਂਕਿ ਜਿੱਥੇ ਪਿੱਛੇ ਜਿਹੜੀ ਸਟੇਟ ਬੈਠੀ ਆ ਪਾਲਿਸੀ ਤਾਂ ਉਹਨੇ ਘੜਨੀਆਂ ਤੇ ਸਟੇਟ ਪਾਲਿਸੀਜ਼ ਬਦਲਦੀਆਂ ਨਹੀਂ। ਸਟੇਟ ਪਾਲਿਸੀਜ਼ ਕਿਸੇ ਪੋਲੀਟੀਕਲ ਪਾਰਟੀਆਂ ਦੇ ਆਏ ਗਏ ਤੋਂ ਨਹੀਂ ਬਦਲਦੀਆਂ। ਸੋ ਜੋ ਮਾਹੌਲ ਚੱਲ ਰਿਹਾ ਉਹਦੇ ਪਿੱਛੇ ਸਟੇਟ ਪਾਲਿਸੀਜ਼ ਆ। ਜਦੋਂ ਤੱਕ ਸਟੇਟ ਪਾਲਿਸੀਜ਼ ਨਹੀਂ ਬਦਲਣਗੀਆਂ ਇਹ ਮਾਹੌਲ ਐਂ ਚੱਲਦਾ ਰਹੂ ਤੇ ਐਂ ਨਿਗਾਰ ਆਉਂਦਾ ਰਹੂ। ਸਾਨੂੰ ਸਿਰਫ ਇੱਕ ਭਰਮ ਪੈਦਾ ਕਰਤਾ ਤੇ ਉਸ ਭਰਮ 'ਚ ਸਾਡੇ ਬੰਦੇ ਆਉਂਦੇ ਆ ਵੀ ਪਾਰਟੀਆਂ ਤੋਂ ਬਾਅਦ ਅਸੀਂ ਦੇਖ ਹੀ ਨਹੀਂ ਸਕਦੇ, ਪਾਰਟੀਆਂ ਤੋਂ ਪਰਾਂ ਦੇਖ ਹੀ ਨਹੀਂ ਰਹੇ ਅਸੀਂ ਵੀ ਹੁੰਦਾ ਗੱਲ ਕਿੱਥੋਂ ਵਾਪਰਦੀ ਆ ਤੇ ਸਾਰੀ ਖੇਡ ਕਿੱਥੋਂ ਰਚੀ ਜਾਂਦੀ ਆ। ਸੋ ਇਹ ਬਹੁਤ ਵੱਡੀ ਪ੍ਰੋਬਲਮ ਹੈ ਕਿ ਜਿਹੜੀ ਮਾਨਸਿਕਤਾ ਸਾਡੀ ਬਣੀ ਹੋਈ ਹੈ। ਸਰ ਮੇਰਾ ਸਵਾਲ ਸੀ ਤੁਹਾਨੂੰ ਕਿ ਸਾਡੇ ਦੇਸ਼ ਦੇ ਵਿੱਚ ਜੱਜ ਵੀ ਅੰਦਰ ਬੈਠੇ ਨੇ ਜੋ ਕ੍ਰਿਮੀਨਲ ਜੱਜਸ ਨੇ, ਕੋਈ ਵੀ ਵਿਅਕਤੀ ਹੈ ਜੋ ਇਸ ਗੋਲੀकांड ਦੇ ਪਿੱਛੇ ਜਾਂ ਬੇਅਦਬੀ ਦੇ ਪਿੱਛੇ ਹੈ ਕਿ ਉਹ ਸਾਡੇ ਕਨਸਟੀਟਿਊਸ਼ਨ ਤੋਂ ਵੱਡਾ ਹੈ ਜਾਂ ਲਾਅ ਤੋਂ ਵੱਡਾ ਹੋ ਗਿਆ, ਜੋ ਉਹਨੂੰ ਸਰਕਾਰਾਂ ਵੀ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਜੋ ਉਹਨੂੰ ਜੁਡੀਸ਼ਰੀ ਵੀ ਜਿਹੜੀ ਹੈਗੀ ਬਹੁਤ ਲਾਈਟਲੀ ਲੈ ਰਹੀ ਹੈ। ਸੀ ਤੁਸੀਂ ਇੱਕ ਗੱਲ ਸਮਝੋ ਪਹਿਲਾਂ, ਜਿਵੇਂ ਤੁਸੀਂ ਕਨਸਟੀਟਿਊਸ਼ਨ ਤੇ ਜੁਡੀਸ਼ਰੀ ਨੂੰ ਡਿਫਾਈਨ ਕਰ ਰਹੇ ਹੋ, ਕਿਸਾਨੀ ਸੰਘਰਸ਼ 'ਚ ਇੱਕ ਟਾਈਮ ਇਹੋ ਜਿਹਾ ਸੀ ਜਦੋਂ ਸੁਪਰੀਮ ਕੋਰਟ ਇਹ ਕਹਿ ਰਿਹਾ ਸੀ ਵੀ ਅਸੀਂ ਇੱਕ ਇਹਨਾਂ ਕਾਨੂੰਨਾਂ ਨੂੰ ਸਸਪੈਂਡ ਕਰ ਦਿੰਦੇ ਆ ਤੇ ਉਹਦੇ ਤੇ ਕਮੇਟੀ ਬਣਾ ਦਿੰਦੇ ਆ ਤੇ ਤੁਸੀਂ ਚਲੇ ਜਾਓ। ਕਿਸੇ ਨੇ ਨਹੀਂ ਮੰਨੀ ਕਿਸੇ ਨੇ ਗੱਲ। ਸੋ ਜੁਡੀਸ਼ਰੀ ਦੀ ਜਾਂ ਸੁਪਰੀਮ ਕੋਰਟ ਸਭ ਤੋਂ ਸਰਵਉੱਚ ਅਦਾਲਤ ਦੀ ਕੋਈ ਕ੍ਰੈਡੀਬਿਲਿਟੀ ਰਹਿ ਗਈ ਸੀ। ਪਰ ਮੰਨੀ ਕਦੋਂ? ਅੱਜ ਜਦੋਂ ਇਹਨਾਂ ਨੇ ਸੰਘਰਸ਼ ਖਤਮ ਕਰਨਾ ਸੀ ਉਦੋਂ ਕਿਸਾਨ ਆਗੂਆਂ ਦਾ ਸਟੈਂਡ ਇਹ ਸੀ ਵੀ ਨਹੀਂ ਸਾਨੂੰ ਤਾਂ ਸੁਪਰੀਮ ਕੋਰਟ ਤੇ ਕੋਈ ਭਰੋਸਾ ਨਹੀਂ। ਅੱਜ ਲਖੀਮਪੁਰ ਖੇੜੀ 'ਚ ਜਿਹੜਾ ਘਟਨਾ ਵਾਪਰੀ, ਬੰਦਿਆਂ ਦੀ ਸਾਡਿਆਂ ਦੀ ਜਾਨ ਗਈ, ਉਹਨਾਂ ਨੇ ਮਿੱਥ ਕੇ ਮਾਰੇ, ਉਹਦੇ ਤੇ ਸੁਪਰੀਮ ਕੋਰਟ ਇਹ ਕਹਿ ਰਿਹਾ ਵੀ ਅਸੀਂ ਮੋਨੀਟਰ ਕਰ ਰਹੇ ਹਾਂ, ਕੋਈ ਨਹੀਂ ਤੁਸੀਂ ਜਾਓ ਤੇ ਅਸੀਂ ਮੋਨੀਟਰ ਕਰਾਂਗੇ। ਤੇ ਕਿਸਾਨ ਆਗੂ ਕਹਿੰਦੇ ਠੀਕ ਆ। ਮਤਲਬ ਇਹਨਾਂ ਦਾ ਸਟੈਂਡ ਦੇਖ ਲਓ, ਪਹਿਲਾਂ ਤਾਂ ਆਪਦੀ ਕਨਵੀਨੀਅੰਸ ਦੇ ਹਿਸਾਬ ਨਾਲ ਇਹਨਾਂ ਨੇ ਸਟੈਂਡ ਹੀ ਬਦਲਤਾ। ਅੱਜ ਸੁਪਰੀਮ ਕੋਰਟ ਤੇ ਭਰੋਸਾ ਕਰ ਰਹੇ ਆ ਤੇ ਉਦੋਂ ਸੁਪਰੀਮ ਕੋਰਟ ਤੇ ਕੋਈ ਭਰੋਸਾ ਨਹੀਂ ਸੀ ਇਹਨਾਂ ਨੂੰ। ਅੱਜ ਕੀ ਹੋ ਰਿਹਾ, ਉੱਥੇ ਕੀ ਵਾਪਰੀ ਗੱਲ ਹੁਣ, ਜਿਹੜੇ ਬੰਦਿਆਂ ਨੇ ਸਾਡੇ ਬੰਦੇ ਮਾਰੇ ਸੀ ਲਖੀਮਪੁਰ ਖੇੜੀ ਵਾਲੇ, ਉਹਨਾਂ ਤੇ 304A ਦਾ ਮੁਕੱਦਮਾ ਪਾਤਾ ਜਦੋਂ ਬਣਦੀ 302 ਸੀ। ਐਕਚੁਅਲੀ ਤੇ 300 ਐਂਡ 302 ਬਣਦੀ ਸੀ, ਮਰਡਰ ਐਂਡ ਪਨਿਸ਼ਮੈਂਟ ਫॉर ਮਰਡਰ। ਉਹਦੇ ਤੇ ਮਰਡਰ ਬਾਈ ਵੇ ਆਫ ਨੈਗਲੀਜੈਂਸ ਦਾ ਜਿਹੜਾ ਮੁਕੱਦਮਾ ਪਾਤਾ, ਚਾਰजेस ਇਹ ਫਰੇਮ ਕਰਨਗੇ। ਇਹਦਾ ਮਤਲਬ ਸਭ ਕੁਝ ਮਿਲੀ ਭੁਗਤਾ। ਸੋ ਕ੍ਰੈਡੀਬਿਲਿਟੀ, ਜਦੋਂ ਸਟਰਕਚਰ ਦੀ ਕ੍ਰੈਡੀਬਿਲਿਟੀ ਖਤਮ ਹੋ ਜੇ ਉਦੋਂ ਤੁਸੀਂ ਕਹਿੰਦੇ ਹੋ ਵੀ ਸਾਡੇ ਕਨਸਟੀਟਿਊਸ਼ਨ ਤੋਂ ਵੱਡੇ ਹੋ ਗਏ। ਜਦੋਂ ਕਨਸਟੀਟਿਊਸ਼ਨ ਬਣਾਉਣ ਵਾਲੇ ਉਹਨਾਂ ਨੂੰ ਪਨਾਹ ਦੇ ਰਹੇ ਆ, ਫਿਰ ਕਨਸਟੀਟਿਊਸ਼ਨ ਕੀ ਕਰੂਗੀ? ਹੱਲ ਕੀ ਹੈ ਜੀ ਇਹਨਾਂ ਚੀਜ਼ਾਂ ਦਾ? ਸੋ ਤੁਸੀਂ ਸਟਰਕਚਰ ਨੂੰ ਚੈਲੰਜ ਕਰੋ। ਜਦੋਂ ਤੱਕ ਤੁਸੀਂ ਸਟਰਕਚਰ ਨੂੰ ਚੈਲੰਜ ਨਹੀਂ ਕਰਦੇ, ਜਦੋਂ ਤੱਕ ਤੁਸੀਂ ਆਹ ਵੇਖ ਲਓ ਜਿਹੜਾ ਵੀ ਆਉਂਦਾ ਇਹ ਕਹਿ ਦਿੰਦਾ ਵੀ ਜੀ ਦੇਖੋ ਅਸੀਂ ਸਕੂਲ ਸਹੀ ਕਰ ਲਓ, ਸਾਡੇ ਸਰਕਾਰੀ ਸਕੂਲਾਂ 'ਚ ਪੜ੍ਹਾ ਲਓ, ਸਿਹਤ ਸੇਵਾਵਾਂ ਸਰਕਾਰੀ ਜਿਹੜੇ ਹਸਪਤਾਲ ਠੀਕ ਕਰ ਲਓ। ਇਹ ਜਿਹੜਾ ਸੋਸ਼ਲਿਸਟਿਕ ਜਿਹੜਾ ਗੱਲ ਆ ਨਾ, ਇਹ ਤਾਂ ਗੱਲ ਸਹੀ ਵਾਪਰਦੀ ਆ ਜਾਂ ਤਾਂ ਇਫੈਕਟਿਵ ਹੁੰਦੀ ਆ ਜੇ ਸਟਰਕਚਰ ਠੀਕ ਹੋਵੇ। ਜਦੋਂ ਤੁਸੀਂ ਇਹ ਵੇਖੋ ਵੀ 17 ਸਾਲਾਂ 'ਚ ਤੁਹਾਨੂੰ ਇੱਕ ਵੀ ਇਮਾਨਦਾਰ MLA ਹੀ ਨਹੀਂ ਮਿਲਿਆ। ਇਹ ਹੋ ਸਕਦਾ ਵੀ ਇੱਕ ਵੀ ਇਮਾਨਦਾਰ MLA ਨਾ ਹੋਵੇ ਪੰਜਾਬ ਕੋਲੇ? ਪ੍ਰੋਬਲਮ ਇੱਥੇ ਇਮਾਨਦਾਰ MLA ਜਾਂ MP ਦੀ ਨਹੀਂ ਆ, ਪ੍ਰੋਬਲਮ ਇੱਥੇ ਸਟਰਕਚਰ ਦੀ ਆ। ਇਹਦਾ ਮਤਲਬ ਬਥੇਰੇ ਇਮਾਨਦਾਰ ਬੰਦੇ ਆਏ ਆ ਪਰ ਉਹਨਾਂ ਦੀ ਚੱਲਿਆ ਗੱਲ ਹੀ ਨਹੀਂ ਚੱਲੀ ਕੁਛ। ਸੋ ਗੱਲ ਪ੍ਰੋਬਲਮ ਉਹ ਸਿਸਟਮ ਦੀ ਆ, ਸਟਰਕਚਰ ਦੀ ਆ। ਸੋ ਤੁਹਾਨੂੰ ਉਹ ਸਟਰਕਚਰ ਨੂੰ ਚੈਲੰਜ ਕਰਕੇ ਉਹਨੂੰ ਜਾਂ ਤਾਂ ਢਾਹ ਕੇ ਨਵਾਂ ਬਣਾਉਣਾ ਪਊਗਾ ਤੇ ਜਾਂ ਉਹਦੇ 'ਚ ਰਿਫਾਰਮਸ ਕਰਨੇ ਪੈਣੇ ਆ ਵੱਡੇ। ਸੋ ਇੱਥੇ ਜਿਹੜਾ ਕੋਈ ਬੰਦਾ ਗੱਲ ਕਰਦਾ ਉਹਨੂੰ ਕਹਿ ਦਿੰਦੇ ਆ, ਉਹਨੂੰ ਬਦਨਾਮ ਕਰਦੇ ਆ ਸਾਰੇ ਰਲ ਕੇ, ਕਿਉਂਕਿ ਉਹਨਾਂ ਦੀ ਨਿੱਜ ਪ੍ਰਸਤੀ ਆ। ਅਗਲਿਆਂ ਨੇ ਵੋਟਾਂ ਵੀ ਲੜਨੀਆਂ, ਉਹਨਾਂ ਨੇ ਮੰਤਰੀ ਵੀ ਬਣਨਾ ਤੇ ਉਹਨਾਂ ਨੇ ਪੈਸੇ ਵੀ ਕਮਾਉਣੇ ਆ। ਸੋ ਮੇਰੇ ਵਰਗਾ ਇੱਕ ਅੱਧਾ ਕੋਈ ਗੱਲਾਂ ਇੱਥੇ ਕੱਲਾ ਖੜ ਕੇ ਗੱਲ ਕਰਦਾ, ਉਹਨੂੰ RSS ਤੇ BJP ਮੈਂ ਇਹ ਕਹਿਣਾ ਜਾਂ ਗਦਾਰ, ਮੈਂ ਇਹ ਕਹਿਣਾ ਲੈ ਮੈਂ ਪਾਤਸ਼ਾਹੀ ਦਾਅਵੇ ਤੇ ਖੜਾ ਤੇ ਮੈਂ ਤਾਂ ਗਦਾਰ ਹੀ ਠੀਕ ਆ, ਕੋਈ ਗੱਲ ਨਹੀਂ।
ਸੋ ਇਹ ਜਿਹੜੀਆਂ ਗੱਲਾਂ ਇਹ ਤਾਂ ਟਾਈਮ ਨਾਲ ਸਾਰਿਆਂ ਦੇ ਸਾਹਮਣੇ ਆ ਜਾਣਗੀਆਂ। ਜਿਹੜਾ ਸਿਧਾਂਤ ਤੇ ਅੱਜ ਨਹੀਂ ਖੜਾ, ਤੁਸੀਂ ਵੇਖੋ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਜਦੋਂ ਆਪਦੀ ਉਹ ਗੱਲ ਲਿਜਾਂਦੇ ਹੁੰਦੇ ਸੀ, ਉਦੋਂ ਇੱਕ ਵਾਰੀ ਗੀਤਾ ਭਗਵਤ ਗੀਤਾ ਦੀ ਬੇਅਦਬੀ ਹੋਈ, ਸੰਤਾਂ ਨੇ ਪੈਸੇ ਦਿੱਤੇ ਉਹ ਵੀ ਲੜੋ ਕੇਸ, ਅਸੀਂ ਦਿੰਨੇ ਆ ਪੈਸੇ, ਟਕਸਾਲ ਨੇ ਪੈਸੇ ਦਿੱਤੇ ਵੀ ਇਹ ਬਰਦਾਸ਼ਤ ਨਹੀਂ ਹੋਊਗਾ। ਸੋ ਪਰ ਕਿਵੇਂ ਉਹਨਾਂ ਨੂੰ ਇੱਕ ਕਾਰਨਰ 'ਚ ਧੱਕ ਕੇ ਬਦਨਾਮ ਕਰਕੇ ਤੇ ਮੁੜ ਕੇ ਟੈਂਕ ਚੜਾਤੇ ਦਰਬਾਰ ਸਾਹਿਬ ਤੇ। ਇਹ ਸਟਰਕਚਰ ਦੀ ਪ੍ਰੋਬਲਮ ਆ, ਇਹ ਇਸ ਢਾਂਚੇ ਦੀ ਪ੍ਰੋਬਲਮ ਆ। ਸੋ ਗੱਲ ਇੱਥੇ ਹੀ ਪਈ ਆ ਨਾ, ਜਦੋਂ ਔਰ ਉੱਥੇ ਲਿਜਾ ਕੇ ਜਦੋਂ ਗੱਲ ਕਰਨੀ ਆ ਤੁਸੀਂ, ਉੱਥੇ ਸਟੇਟ ਦੇ ਸਾਰੇ ਤੁਹਾਡੇ ਤੇ ਹੀਲੇ ਵਸੀਲੇ ਵਰਤਨੇ ਆ। ਉਹਨਾਂ ਨੇ ਤੁਹਾਨੂੰ ਬਦਨਾਮ ਵੀ ਕਰਨਾ, ਆਪਦੇ ਨਾਲ ਬੰਦਿਆਂ ਨੂੰ ਬਹਾ ਕੇ ਤੁਹਾਡੇ ਵਿਰੁੱਧ ਵੀ ਲਾ ਦੇਣਗੇ ਤੇ ਸਾਰਾ ਪ੍ਰੋਪਗੈਂਡਾ ਰਚ ਦੇਣਗੇ ਤੁਹਾਡੇ ਵਿਰੁੱਧ। ਅਸੀਂ ਦੇਖਿਆ ਨਾ 26 ਨੂੰ ਕਿੱਡਾ ਵੱਡਾ ਪ੍ਰੋਪਗੈਂਡਾ ਹੋਇਆ ਸੀ 26 ਜਨਵਰੀ ਨੂੰ, ਤੇ ਅੱਜ ਸਾਰੇ ਬਦਲ ਗਏ। ਅੱਜ ਸਾਰੇ ਕਹਿ ਰਹੇ ਆ ਵੀ ਨਹੀਂ ਉਹਦੇ ਤਾਂ ਕੁਝ ਵੀ ਗਲਤ ਨਹੀਂ ਹੋਇਆ, ਕਿੱਡਾ ਵੱਡਾ ਪ੍ਰੋਪਗੈਂਡਾ ਹੋਇਆ ਸੀ। ਅਸੀਂ ਤਾਂ ਇਹ ਗੱਲ ਹੀ ਕਹੀ ਸੀ ਨਾ ਵੀ ਸੰਘਰਸ਼ ਅਸੀਂ ਇਸ ਨਿਸ਼ਾਨ ਸਾਹਿਬ ਹੇਠਾਂ ਲੜੇ ਆ, ਇਸ 550 ਸਾਲ ਤੋਂ ਇਹਦੇ ਹੇਠਾਂ ਲੜਦੇ ਆ ਰਹੇ ਆ, ਤੇ ਬਾਕੀ ਜਿਹੜੇ ਕੋਈ ਝੰਡੇ ਆ ਉਹ ਇਹਦੇ ਥੱਲੇ ਹੀ ਰਹਿਣਗੇ। ਸਾਡੇ ਵਾਸਤੇ ਕੋਈ ਹੋਰ ਝੰਡਾ ਉੱਤੇ ਨਹੀਂ ਆ, ਪਰ ਇਹਦਾ ਮਤਲਬ ਇਹ ਨਹੀਂ ਆ ਕਿ ਅਸੀਂ ਕਿਸੇ ਦਾ ਨਰਾਦਰ ਕਰੀਏ। ਇਹ ਤਾਂ ਕਦੇ ਸਾਨੂੰ ਸਿਖਾਇਆ ਹੀ ਨਹੀਂ ਨਾ, ਜਾਂ ਤਿਰੰਗੇ ਦਾ ਨਰਾਦਰ ਕਰੀਏ। ਗੁਰੂ ਸਾਹਿਬ ਨੇ ਤਾਂ ਇਹ ਗੱਲ ਕਹੀ ਆ ਨਾ ਵੀ ਹਮਕੋ ਹਮਾਰਾ ਖੂਬ ਤੁਮਕੋ ਤੁਮਾਰਾ ਖੂਬ। ਸੋ ਕਿਸਾਨੀ ਸੰਘਰਸ਼, ਕਿਸਾਨੀ ਦੇ ਝੰਡੇ, ਤਿਰੰਗੇ ਤੇ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਨੂੰ ਲੈ ਕੇ ਲੜਿਆ ਜਾ ਰਿਹਾ ਸੀ। ਪਰ ਕਿਵੇਂ ਪ੍ਰੋਪਗੈਂਡਾ ਚਲਾ ਕੇ ਕਿਵੇਂ ਇਹਨਾਂ ਨੇ ਸਭ ਕੁਝ ਗੱਲ ਬਦਲੀ। ਅੱਜ ਫੇਰ ਉਹ ਝੂਠ ਦੇ ਬੱਦਲ ਜਦੋਂ ਹਟੇ ਤੇ ਲੋਕਾਂ ਦੇ ਸਾਹਮਣੇ ਆ ਗਈ ਗੱਲ ਵੀ ਕੁਝ ਵੀ ਗਲਤ ਨਹੀਂ ਹੋਇਆ ਸੀ। ਇਹ ਜਿਹੜੇ ਝੂਠ ਦੇ ਪੜਦੇ ਜਾਂ ਇਹ ਬੱਦਲ ਆ ਨਾ, ਇਹ ਸੱਚਾਈ ਨੂੰ ਬਹੁਤਾ ਸਮਾਂ ਦਬਾ ਨਹੀਂ ਸਕਦੇ। ਸੱਚਾਈ ਨੇ ਹੌਲੀ ਹੌਲੀ ਬਾਹਰ ਆਉਣਾ ਹੀ ਹੁੰਦਾ। ਸੋ ਸੱਚਾਈ ਇਹ ਆ ਵੀ ਇੱਥੇ ਸਟਰਕਚਰ ਦੀ ਪ੍ਰੋਬਲਮ ਆ, ਇੱਥੇ ਸਟੇਟ ਦੇ ਫੰਕਸ਼ਨਿੰਗ ਦੀ ਪ੍ਰੋਬਲਮ ਆ। ਦੇ ਹੈਵ ਫੇਲਡ ਇਨ देयर ਫੰਕਸ਼ਨਿੰਗ। ਤੇ ਜਿਹੜਾ ਉਹਨੂੰ ਕੁਐਸਚਨ ਕਰਦਾ, What about judiciary? see, that's what I'm saying. When we are talking about state, judiciary is an organ of state. It's just one organ. Like democracy, there are 4 pillars, right? Judiciary is one of the pillar. Now judiciary ਚ ਵੀ ਜਿਹੜੇ ਬੰਦੇ ਬੈਠੇ ਆ ਆਪਣੇ, ਉਹ ਬੜੇ ਕਈ ਇਮਾਨਦਾਰ ਜੱਜਸ ਬੈਠੇ ਆ, ਪਰ ਪ੍ਰੋਬਲਮ ਆ ਲਿਮਿਟੇਸ਼ਨਸ ਆ ਉਹਨਾਂ ਕੋਲੇ। ਲਿਮਿਟੇਸ਼ਨਸ ਇਹ ਆ ਵੀ ਉਹਨਾਂ ਨੂੰ ਸਰਵਾਈਵ ਹੀ ਨਹੀਂ ਕਰਨ ਦਿੰਦੇ ਉੱਥੇ। ਜੇ ਉੱਥੇ ਉਹਨਾਂ ਨੇ ਸਰਵਾਈਵ ਕਰਨਾ ਇਮਾਨਦਾਰ ਰਹਿ ਕੇ, ਇਮਾਨਦਾਰ ਟੂਵਰਡਸ ਡੈਮੋਕ੍ਰੇਸੀ, ਟਰੂ ਡੈਮੋਕ੍ਰੇਸੀ, ਉਹ ਇਹ ਗੱਲ ਸਮਝਦੇ ਆ ਵੀ ਸਿੱਖ ਆ ਨਾ ਜਿਹੜੀ, ਉਹ ਇੱਕ ਵੱਖਰੀ ਕੌਮ ਆ। ਹੁਣ ਗੁਰੂ ਗ੍ਰੰਥ ਸਾਹਿਬ ਨੇ ਜਿਹੜਾ ਦਰਜਾ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਦਾ, ਲਿਵਿੰਗ ਗੁਰੂ ਦਾ, ਉਹ ਸੁਪਰੀਮ ਕੋਰਟ ਨੇ ਵੀ ਦਿੱਤਾ ਹੋਇਆ, ਰਾਈਟ? ਪਰ ਤੁਸੀਂ ਇਹ ਗੱਲ ਕਹਿ ਕੇ ਪ੍ਰਚਾਰਦੇ ਹੋ ਵੀ ਇਹ ਤਾਂ ਇੱਕ ਕਿਤਾਬ ਆ ਜਾਂ ਇੱਕ ਧਾਰਮਿਕ ਗ੍ਰੰਥ ਆ, ਤੇ ਫਿਰ ਉੱਥੇ ਆ ਕੇ ਇੱਕ ਸਟੇਟ ਪਾਲਿਸੀ ਦੇ ਅਧੀਨ ਤੁਸੀਂ ਸਾਡੇ ਤੇ ਹਮਲੇ ਕਰਾਉਣੇ ਹੋ। ਮੁੜ ਕੇ ਜਦੋਂ ਤੁਸੀਂ ਸਾਡੇ ਤੇ ਹਮਲੇ ਕਰਾਉਣੇ ਹੋ, ਫਿਰ ਸਿੱਖ ਕੀ ਕਰਦੇ ਆ? ਫਿਰ ਸਿੱਖ ਆਪਦੇ ਸਿਧਾਂਤਾਂ ਤੇ ਅਕੋਰਡਿੰਗਲੀ ਰਿਐਕਟ ਕਰਦੇ ਆ। ਗੱਲ ਤਾਂ ਡਾਇਵਰਸਿਟੀ ਦੀ ਆ ਨਾ, ਕਿਉਂਕਿ ਸਿੱਖ ਇਹ ਕਹਿੰਦੇ ਆ ਵੀ ਅਸੀਂ ਤੁਹਾਡੇ ਤੋਂ ਕੋਈ ਵੈਲੀਡੇਸ਼ਨ ਨਹੀਂ ਲੈਣੀ, ਤੁਹਾਡੇ ਤੋਂ ਅਸੀਂ ਇਹ ਨਹੀਂ ਸਹੀ ਕਹਾਉਣਾ ਵੀ ਦੇਖੋ ਕਿੰਨੇ ਚੰਗੇ ਬੰਦੇ ਆ, ਅਸੀਂ ਗੁਰੂ ਤੋਂ ਸਹੀ ਕਹਾਉਣਾ। ਇਹੀ ਗੱਲ ਪੰਥ ਕਹਿੰਦਾ ਨਾ ਵੀ ਮੇਰਾ ਰੁੱਸੇ ਨਾ ਕਲੰਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ। ਸੋ ਤੁਸੀਂ ਸਾਨੂੰ ਜੋ ਮਰਜ਼ੀ ਕਹੀ ਜਾਓ, ਪਾਪੀ ਕਹੀ ਜਾਓ, ਸਾਨੂੰ ਫਰਕ ਹੀ ਨਹੀਂ ਪੈਂਦਾ। ਸਾਡਾ ਗੁਰੂ ਸਾਨੂੰ ਪਾਪੀ ਕਹਿੰਦਾ ਕਿ ਧਰਮੀ ਕਹਿੰਦਾ, ਸਾਨੂੰ ਫਰਕ ਉੱਥੇ ਪੈਂਦਾ। ਫਿਰ ਪੰਥ ਜਦੋਂ ਆਪਦੇ ਫੈਸਲੇ ਆਪ ਕਰਦਾ, ਫਿਰ ਤੁਸੀਂ ਕਹਿੰਦੇ ਹੋ ਦੇਖੋ ਜੀ ਇਹ ਤਾਂ ਲਿੰਚਿੰਗ ਹੋ ਗਈ, ਇਹ ਤਾਂ ਕਾਨੂੰਨ ਨੂੰ ਆਪਦੇ ਹੱਥ 'ਚ ਲੈ ਲਿਆ। ਤੁਸੀਂ ਸਮਝੋ ਬੰਦਾ ਆਪ ਭੇਜਦੇ ਹੋ, ਅਸੀਂ ਤਾਂ ਨਹੀਂ ਕਿਤੇ ਜਾ ਕੇ ਮਾਰਤਾ। ਹੁਣ ਉਹ ਬੰਦਾ ਆਪਦੀ ਇਹ ਜਦੋਂ ਦਰਬਾਰ ਸਾਹਿਬ ਸਭ ਤੋਂ ਮੁਕੱਦਸ ਸਥਾਨ ਤੇ ਜਾ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰੂਗਾ, ਇਹਦਾ ਮਤਲਬ ਉਹ ਮੌਤ ਨੂੰ ਚੁਣ ਕੇ ਹੀ ਆਇਆ ਨਾ, ਤੇ ਉਹ ਤਾਂ ਦਾਤ ਬਖਸ਼ੀ ਜਾਂਦੀ ਹੈ ਦਰਬਾਰ ਸਾਹਿਬ ਤੋਂ। ਕੀ ਪਤਾ ਉਹਨੇ ਮੌਤ ਮੰਗੀ ਹੋਵੇ, ਉਹਨੂੰ ਮਿਲ ਗਈ। ਸੋ ਜਿਹੜੀ ਦਾਤ ਤੁਸੀਂ ਮੰਗੋਗੇ ਉਹ ਦਰਬਾਰ ਸਾਹਿਬ ਤੋਂ ਮਿਲ ਜੂਗੀ। ਤੇ ਸਾਡੇ ਤਾਂ ਇਹ ਇਤਿਹਾਸ 'ਚ ਪਈਆਂ ਗੱਲਾਂ, ਅੱਜ ਜੇ ਤੁਸੀਂ ਇਤਿਹਾਸ ਨੂੰ ਦੇਖਦੇ ਹੋ, ਉਹ ਗੱਲਾਂ ਤੁਹਾਨੂੰ ਠੀਕ ਲੱਗਦੀਆਂ ਤੇ ਇਹ ਗੱਲਾਂ ਤੁਹਾਨੂੰ ਗਲਤ ਲੱਗਦੀਆਂ। ਗਲਤ ਜਦੋਂ ਬਾਬਾ ਦੀਪ ਸਿੰਘ ਨੇ, ਜਦੋਂ ਮੁਗਲਾਂ ਨੇ ਕਹਿਤਾ ਸੀ ਵੀ ਇਹਨਾਂ ਨੇ ਦਰਬਾਰ ਸਾਹਿਬ ਨਹੀਂ ਵੜਨ ਦੇਣਾ ਇਹਨਾਂ ਨੂੰ, ਸਿੱਖਾਂ ਨੂੰ, ਉਹਨਾਂ ਨੇ ਬਾਣੀ ਲਿਖਦੇ ਲਿਖਦੇ ਖੰਡਾ ਚੱਕ ਲਿਆ ਸੀ ਤੇ ਉਧਰ ਨੂੰ ਹੋ ਗਏ ਸੀ, ਤੇ ਅਸੀਂ ਉਹਨਾਂ ਨੂੰ ਮੱਥਾ ਟੇਕਦੇ ਹਾਂ, ਨਤਮਸਤਕ ਹੁੰਦੇ ਹਾਂ ਜਾ ਕੇ, ਰਾਈਟ? ਜਦੋਂ ਮੱਸਾ ਰੰਗੜ ਦਾ ਸਿਰ ਦਰਬਾਰ ਸਾਹਿਬ ਦੇ ਗੇਟ ਤੇ ਲਾਇਆ ਗਿਆ ਸੀ, ਸਿੰਘਾਂ ਨੇ ਸੋਧਾ ਲਾਇਆ ਸੀ, ਸੁੱਖਾ ਸਿੰਘ ਮਹਿਤਾਬ ਸਿੰਘ ਨੇ, ਉਦੋਂ ਉਹਨਾਂ ਨੂੰ ਵੀ ਆਪਾਂ ਕਿਹਾ ਚੜ੍ਹਦੀ ਕਲਾ ਹੋ ਗਈ ਖਾਲਸੇ ਦੀ। ਅੱਜ ਤੁਹਾਨੂੰ ਕਈ ਬੰਦਿਆਂ ਨੂੰ ਲੱਗਦਾ ਹੋਣਾ ਵੀ ਦੇਖੋ ਇਹਨਾਂ ਨੇ ਕਾਨੂੰਨ ਆਪਦੇ ਹੱਥ 'ਚ ਲੈ ਲਿਆ। ਆਉਣ ਵਾਲੇ 20 ਸਾਲਾਂ 'ਚ ਇਹ ਵੀ ਚੜ੍ਹਦੀ ਕਲਾ ਹੀ ਖਾਲਸੇ ਦੀ ਹੋਈ ਆ। ਇਹ ਕਾਨੂੰਨ ਕੋਈ ਹੱਥ 'ਚ ਨਹੀਂ ਲਿਆ ਗਿਆ,
ਇਸ ਡਾਈਵਰਸਿਟੀ ਨੂੰ ਐਕਨੋਲੇਜ ਕਰਨਾ ਚਾਹੀਦਾ ਵੀ ਇਹ ਵੱਖਰੀ ਕੌਮ ਆ, ਇਹਨਾਂ ਦੇ ਸਿਧਾਂਤ ਵੱਖਰੇ ਆ। ਜ਼ਰੂਰੀ ਨਹੀਂ ਤੁਸੀਂ ਇਹਨਾਂ ਨੂੰ, ਜਾਂ ਫਿਰ ਇੱਕ ਕੰਮ ਕਰੋ, ਜਾਂ ਗਾਰੰਟੀ ਦਿਓ ਵੀ ਕੱਲ ਨੂੰ ਜਿਹਨੇ ਵੀ ਬੇਅਦਬੀ ਕੀਤੀ ਤੁਸੀਂ ਉਹਨੂੰ ਫਾਂਸੀ ਤੇ ਲਟਕਾਓਗੇ ਤੇ ਅਸੀਂ ਨਹੀਂ ਕਿਸੇ ਦਾ ਸੋਧਾ ਲਾਉਂਦੇ, ਅਸੀਂ ਜਮਾਂ ਕਾਨੂੰਨ ਨੂੰ ਹੱਥਾਂ 'ਚ ਨਹੀਂ ਲੈਂਦੇ ਤੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਕੇ ਰੱਖਾਂਗੇ। ਸੋ ਗਾਰੰਟੀ ਦਿਓ, ਕਾਨੂੰਨ ਬਣਾਓ ਇਸ ਗੱਲ ਦਾ। 6 ਸਾਲਾਂ ਚੜ ਕੇ ਦਿੱਤਾ। ਸੋ ਗੱਲ ਇਹ ਆ, ਪ੍ਰੋਬਲਮ ਸਟਰਕਚਰ ਦੀ ਆ, ਮੁੜ ਕੇ ਭਾਰ ਸਾਡੇ ਸਿਰਾਂ ਤੇ ਪਾ ਦਿੰਦੇ ਆ, ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਆ। ਸੋ ਅੱਜ ਜਿਹੜਾ ਬੰਦਾ ਵੀ ਪੰਜਾਬ ਦੇ ਹੱਕ 'ਚ ਨਹੀਂ ਖੜਾ, ਲਕੀਰ ਖਿੱਚੀ ਗਈ ਆ, ਉਹ ਫਿਰ ਸਟੇਟ ਦੇ ਹੱਕ 'ਚ ਹੀ ਖੜਾ। ਜਿਹੜਾ ਮਰਜ਼ੀ ਬੰਦਾ ਇਹ ਵੀ ਕਹਿ ਦੇ ਵੀ ਮੈਂ ਪੰਜਾਬ ਲਈ ਲੜ ਰਿਹਾ, ਉਹ ਗੱਲ ਸਿਧਾਂਤ ਕਲੀਅਰ ਕਰੇ ਵੀ ਤੂੰ ਕਿਹੜੀ ਪੰਜਾਬ ਦੀ ਲੜਾਈ ਲੜ ਰਿਹਾ, ਤੂੰ ਸਟਰਕਚਰ ਨੂੰ ਚੈਲੰਜ ਕਰ ਰਿਹਾ ਕਿ ਨਹੀਂ, ਕਿ ਤੂੰ ਐਗਜ਼ਿਸਟਿੰਗ ਸਟਰਕਚਰ ਆ ਜਿਹੜਾ ਉਹਨੂੰ ਇਹ ਕਹਿ ਰਿਹਾ ਵੀ ਮੈਂ ਸੁਧਾਰੂੰਗਾ। ਉਹਨੂੰ ਤਾਂ ਸੁਧਾਰਨ ਵਾਸਤੇ ਅਸੀਂ ਪਿਛਲੇ 17 ਸਾਲਾਂ ਤੋਂ ਲੱਗੇ ਹੋਏ ਆ, ਨਹੀਂ ਸੁਧਾਰਿਆ ਗਿਆ, ਟਰਾਈਡ ਐਂਡ ਟੈਸਟਡ ਆ। ਸੋ ਸਟਰਕਚਰ ਨੂੰ ਚੈਲੰਜ ਜੇ ਕੋਈ ਵੀ ਧਿਰ ਆ ਕੇ ਕਰਦੀ ਆ, ਹੁਣ ਪਿੱਛੇ ਜੇ ਜੂਝਦੇ ਪੰਜਾਬ ਤੇ ਮੇਰੀ ਇੱਕ ਜਿਹੜੀ ਜਥੇਬੰਦੀ ਬਣੀ ਆ, ਮੇਰਾ ਬਿਆਨ ਬੜਾ ਪ੍ਰਚਾਰਿਆ ਗਿਆ। ਮੈਂ ਗੱਲ ਤਾਂ ਕੋਈ ਵਿਰੋਧਤਾ ਚੋਂ ਤਾਂ ਕੀਤੀ ਹੋਈ ਨਹੀਂ, ਕਿਸੇ ਨਫ਼ਰਤ ਚੋਂ ਨਹੀਂ ਕੀਤੀ। ਗੱਲ ਇਹ ਕਰ ਰਹੇ ਹਾਂ ਵੀ ਤੁਸੀਂ ਵੀ ਦਾਵਾ ਤਾਂ ਹੀ ਕਰਿਓ ਜੇ ਤੁਸੀਂ ਸਟਰਕਚਰ ਨੂੰ ਚੈਲੰਜ ਕਰ ਰਹੇ ਹੋ। ਜੇ ਤੁਸੀਂ ਸਟਰਕਚਰ ਨੂੰ ਨਹੀਂ ਚੈਲੰਜ ਕਰਦੇ ਤੇ ਤੁਸੀਂ ਕਹਿੰਦੇ ਹੋ ਵੀ ਅਸੀਂ ਇਸੇ ਸਟਰਕਚਰ ਨੂੰ ਏਜੰਡੇ ਦੇਵਾਂਗੇ ਤੇ ਇਸ ਸਟਰਕਚਰ 'ਚ ਕੋਈ ਨਾ ਕੋਈ ਅਸੀਂ ਸੁਧਾਰ ਲੈ ਕੇ ਆਵਾਂਗੇ, ਫਿਰ ਤੁਸੀਂ ਵੀ ਉਸੇ ਪਾਸੇ ਖੜੇ ਹੋ, ਤੁਸੀਂ ਪੰਜਾਬ ਵਾਲੇ ਪਾਸੇ ਨਹੀਂ ਖੜੇ। ਫਿਰ ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਤੁਸੀਂ ਉਸੇ ਸਟਰਕਚਰ ਦਾ ਪਾਰਟ ਬਣ ਕੇ ਉਹਦੇ ਹੱਥ ਠੋਕ ਕੇ ਬਣ ਰਹੇ ਹੋ। ਤੁਹਾਡੇ ਜਥੇਬੰਦੀ ਹੁਣ ਇਲੈਕਸ਼ਨਾਂ ਨੂੰ ਲੈ ਕੇ ਕੀ ਸਟੈਂਡ ਹੈ ਜੀ? ਬਾਈ ਕੋਈ ਇਲੈਕਸ਼ਨਾਂ ਨੂੰ ਲੈ ਕੇ ਸਟੈਂਡ ਨਹੀਂ ਆਪਣਾ। ਇਲੈਕਸ਼ਨ ਜਿਹੜੀ ਉਹ ਮਸਲੇ ਦਾ ਹੱਲ ਹੀ ਨਹੀਂ ਆ। ਇਲੈਕਸ਼ਨ ਇੱਕ ਬਹੁਤ ਛੋਟਾ ਜਿਹਾ ਹੱਲ ਤਾਂ ਹੋ ਸਕਦਾ ਵੀ ਇਹਦੇ ਤੇ 10-15% ਕੋਈ ਮਾੜਾ ਮੋਟਾ ਫਰਕ ਐਡਮਿਨਿਸਟ੍ਰੇਟਿਵ ਲੈਵਲ ਤੇ ਪੈ ਜੇ, ਹਨਾ, ਪਰ ਅਦਰਵਾਈਜ਼ ਮਸਲੇ ਦਾ ਹੱਲ ਨਹੀਂ ਆ। ਸਟਰਕਚਰ ਦੀ ਪ੍ਰੋਬਲਮ ਆ, ਜੜ ਉੱਥੇ ਪਈ ਆ। ਤਾਂ ਹੀ ਆਪਾਂ ਇਹ ਕਹਿੰਦੇ ਸੀ ਵੀ ਜਦੋਂ ਤੱਕ ਇੱਕ ਟਰੂ ਡੈਮੋਕ੍ਰੈਟਿਕ ਫੈਡਰਲ ਸਟਰਕਚਰ ਨਹੀਂ ਕ੍ਰੀਏਟ ਹੁੰਦਾ, ਉਦੋਂ ਤੱਕ ਇਹ ਜਿਹੜੀ ਸੂਬਿਆਂ ਦੇ ਮਸਲੇ ਆ, ਕਿਤੇ ਵੀ, ਇਕੱਲੇ ਪੰਜਾਬ ਦੇ ਨਹੀਂ, ਕਿਸੇ ਵੀ ਸੂਬੇ ਦੇ ਮਸਲੇ ਉਹ ਚੋਣਾਂ ਦੇ ਥਰੂ ਹੱਲ ਨਹੀਂ ਹੋ ਸਕਦੇ। ਚੋਣਾਂ ਤਾਂ ਤੁਸੀਂ ਇੱਕ ਗੱਲ ਦੱਸੋ ਵੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਆ, ਤੁਹਾਨੂੰ ਲੱਗਦਾ ਇੰਟੈਲੈਕਚੁਅਲਸ ਬੈਠੇ ਨਹੀਂ ਉਹਨਾਂ ਕੋਲੇ? ਤੁਹਾਨੂੰ ਲੱਗਦਾ ਉਹਨਾਂ ਕੋਲੇ ਉਹ ਬੰਦੇ ਨਹੀਂ ਬੈਠੇ ਜਿਹੜੇ ਬ੍ਰਿਲੀਅੰਟ ਬ੍ਰੇਨਸ ਆ? ਸਭ ਬੈਠੇ ਆ, ਪਰ ਉਹਨਾਂ ਨੂੰ ਪਤਾ ਵੀ ਸਾਡੀ ਜਿਹੜੀ ਫੰਕਸ਼ਨਿੰਗ ਆ ਜਾਂ ਸਪੇਸ ਆ ਉਹ ਗਲੀਆਂ ਨਾਲੀਆਂ ਤੋਂ ਵੱਧ ਹੈ ਹੀ ਨਹੀਂ। ਸਾਰੀ ਪਾਵਰ ਹੀ ਸੈਂਟਰਲਾਈਜ਼ ਆ। ਜਦੋਂ ਸਾਰੀ ਪਾਵਰ ਸੈਂਟਰਲਾਈਜ਼ ਆ ਤੇ ਉਹ ਮੈਜੋਰਿਟੇਰੀਅਨ ਸਿਸਟਮ 'ਚ ਮੈਜੋਰਿਟੀ ਦੇ ਡਿਸੀਜਨਸ ਸਿਰਫ ਉਹਨਾਂ ਨੂੰ ਕੇਟਰ ਕਰਦੇ ਆ, ਮਾਈਨੋਰਿਟੀ ਨੂੰ ਤਾਂ ਆਪਦੇ ਵਿੱਚ ਮਿਲਾਉਣਾ ਚਾਹੁੰਦੇ ਆ। ਫਿਰ ਤੁਹਾਡੀਆਂ ਪਾਲਿਸੀਜ਼ ਕਿੱਥੋਂ ਬਣਾ ਦੇਣਗੇ? ਫਿਰ ਤੁਸੀਂ ਲੜੀ ਜਾਓ ਆਪਸ 'ਚ, ਖਿੱਚੀ ਜਾਓ ਇੱਕ ਦੂਜੇ ਦੀਆਂ ਲੱਤਾਂ, ਪਰ ਤੁਹਾਡਾ ਫਰਕ ਇੱਥੇ ਕੁਝ ਨਹੀਂ ਪੈਣਾ ਜਦੋਂ ਤੱਕ ਤੁਸੀਂ ਉਸ ਢਾਂਚੇ ਨੂੰ ਨਾ ਚੈਲੰਜ ਕਰੋ ਤੇ ਇਹ ਕਹੋ ਵੀ ਪ੍ਰੋਬਲਮ ਢਾਂਚੇ 'ਚ ਆ, ਪ੍ਰੋਬਲਮ ਸਾਡੇ ਬੰਦਿਆਂ 'ਚ ਜਾਂ ਲੋਕਾਂ 'ਚ ਨਹੀਂ ਆ। ਜਾਂ ਤਾਂ ਇਹ ਕਹਿ ਦਿੰਦੇ ਆ ਵੀ ਵੇਖੋ MLA MP ਬਣ ਕੇ ਇਹਨਾਂ ਨੇ ਘਰ ਭਰ ਲਏ, ਉਹ ਤਾਂ ਘਰ ਹੀ ਭਰਨ ਆਏ ਸੀ। ਉਹਨਾਂ ਨੂੰ ਪਤਾ ਸੀ ਵੀ ਇੱਥੇ ਕੁਝ ਨਹੀਂ ਹੋਣਾ, ਢਾਂਚੇ ਨੂੰ ਅਸੀਂ ਚੈਲੰਜ ਕਰਾਂਗੇ ਤੇ ਸਾਡਾ ਰਾਹ ਜਿਹੜਾ ਉਹ ਜੇਲ੍ਹਾਂ ਦਾ ਬਣ ਜਾਂਦਾ ਤੇ ਸਾਨੂੰ ਜੇਲ੍ਹਾਂ ਕੱਟਣੀਆਂ ਪੈਣੀਆਂ। ਅਗਲਿਆਂ ਨੇ ਜੇਲ੍ਹਾਂ ਨਹੀਂ ਚੁਣੀਆਂ, ਅਗਲਿਆਂ ਨੇ ਕਿਹਾ ਵੀ ਜੋ ਸੈਂਟਰ ਗਵਰਨਮੈਂਟ ਕਹਿੰਦੀ ਆ ਉਹਨਾਂ ਦੇ ਹਿਸਾਬ ਨਾਲ ਤੁਰ ਪਓ। ਠੀਕ ਆ, ਜਿਹੜੇ ਬੰਦੇ ਇੱਥੇ ਸੰਘਰਸ਼ ਕਰਕੇ ਗਏ ਆ ਉਹਨਾਂ ਨੇ ਜੇਲ੍ਹਾਂ ਵੀ ਕੱਟੀਆਂ, ਉਹਨਾਂ ਨੇ ਤਸ਼ੱਦਦ ਵੀ ਸਹੇ ਆ, ਉਹਨਾਂ ਦੇ ਪਰਿਵਾਰਾਂ ਦੇ ਵੀ ਤਸ਼ੱਦਦ ਹੋਏ ਆ, ਉਹਨਾਂ ਦੇ ਚੁੱਲ੍ਹਿਆਂ 'ਚ ਘਾਹ ਵੀ ਉੱਗਿਆ। ਹੁਣ ਜਿਨ੍ਹਾਂ ਦੇ ਚੁੱਲ੍ਹਿਆਂ 'ਚ ਘਾਹ ਉੱਗਿਆ ਉਹਨਾਂ ਨੂੰ ਪਤਾ ਸੀ ਵੀ ਸਾਡੇ ਚੁੱਲ੍ਹਿਆਂ 'ਚ ਘਾਹ ਉੱਗਣਾ, ਇਹ ਨਹੀਂ ਸੀ ਵੀ ਉਹ ਕੋਈ ਨਫਾ ਨੁਕਸਾਨ ਦੇਖ ਕੇ ਉੱਥੇ ਗਏ ਸੀ। ਉਹਨਾਂ ਨੂੰ ਪਤਾ ਸੀ ਵੀ ਸਾਡੇ ਉਹ ਰਾਹ ਤੇ ਹੀ ਇਸ ਕਰਕੇ ਤੁਰੇ ਸੀ ਵੀ ਸਾਡੇ ਚੁੱਲ੍ਹਿਆਂ 'ਚ ਘਾਹ ਹੀ ਉੱਗਣਾ, ਪਰ ਉਹਨਾਂ ਨੇ ਐਟਲੀਸਟ ਆਪਦੀ ਗੈਰਤ ਨੂੰ ਜਿਉਂਦਾ ਰੱਖ ਕੇ ਤੇ ਢਾਂਚੇ ਨੂੰ ਚੈਲੰਜ ਕੀਤਾ। ਸੋ ਜਿਹੜਾ ਵੀ ਕਰ, ਇਹ ਤਾਂ ਬਾਈ ਇਹ ਗੱਲ ਇਹ ਇੱਥੇ ਆ ਗਈ ਆ, ਹੁਣ ਲਕੀਰ ਖਿੱਚੀ ਗਈ ਆ। ਜੇ ਉਹਨਾਂ ਦਾ ਫੌ ਪੈਂਦਾ, ਜ਼ੋਰ ਵਗਦਾ, ਉਹ ਕਰ ਜਾਂਦੇ ਆ ਸਾਡੇ ਤੇ ਧੱਕਾ, ਜਦੋਂ ਸਾਡਾ ਪਊਗਾ ਅਸੀਂ ਕਰ ਜਾਂਗੇ। ਬਸ ਇੱਥੇ ਆ ਗੱਲ। ਸਰ ਤੁਸੀਂ ਕਹਿ ਤਾਂ ਦਿੱਤਾ ਵੀ ਮੇਰੀ ਕੋਈ ਸੋਚ ਨਹੀਂ, ਪਰ ਬਹੁਤ ਦੁਨੀਆ ਤੋਂ ਫਾਲੋ ਕਰਦੀ ਹੈ, ਖਾਸ ਕਰਕੇ ਯੂਥ ਇਹ ਚਾਹੁੰਦਾ ਹੈ ਕਿ ਸਿੱਧੂ ਦੀ ਆਉਣ ਵਾਲੀ ਡਾਇਰੈਕਸ਼ਨ ਕੀ ਹੈ ਤੁਹਾਡੀ ਉਡੀਕ ਦੇ ਵਿੱਚ? ਨਹੀਂ ਦੇਖੋ, ਡਾਇਰੈਕਸ਼ਨ ਆਉਣ ਵਾਲੀਆਂ ਚੋਣਾਂ 'ਚ ਤਾਂ ਹੈ ਨਹੀਂ ਹੈ ਜੀ। ਉਹ ਯੂਥ ਨੂੰ ਮੈਂ ਹੁਣ ਝੂਠ ਤਾਂ ਨਹੀਂ ਬੋਲ ਸਕਦਾ, ਝੂਠ ਬੋਲਣਾ ਜਿਹੜੀਆਂ MLA ਦਾ ਇੱਕ ਦਾਅਵੇਦਾਰੀ ਆਪਦੀ ਪੇਸ਼ ਕਰਦਾ ਤੇ ਉਹਨੂੰ ਲੜ ਕੇ ਇੱਕ MLA ਬਣ ਜਾ, ਕੀ ਕਰ ਲੂੰਗਾ? ਤੁਸੀਂ ਇਹ ਦੇਖੋ, ਜਿਹੜੇ ਇੱਕ ਗੱਲ ਬੰਦੇ ਕਰਦੇ ਆ ਨਾ ਸਾਡੇ ਵੀ ਕਿਸਾਨੀ ਸੰਘਰਸ਼ ਤੋਂ ਬਾਅਦ ਬਹੁਤ ਜ਼ਿਆਦਾ ਵੱਡਾ ਇੱਕ ਲੋਕਾਂ 'ਚ ਜਿਹੜੀ ਅਵੇਅਰਨੈਸ ਆ ਗਈ ਵੀ ਉਹਨਾਂ ਦਾ ਪੋਲੀਟੀਕਲ ਜਿਹੜਾ ਅਵੇਅਰਨੈਸ ਜਾਂ ਮੈਚੋਰਿਟੀ ਲੈਵਲ ਆ ਉਹ ਬਹੁਤ ਰਾਈਜ਼ ਕਰ ਗਿਆ।
ਹੁਣ ਇਸ ਗੱਲ ਨੂੰ ਸਮਝੀਏ, ਕਿਸਾਨੀ ਸੰਘਰਸ਼ 'ਚ ਆਈ ਅਵੇਅਰਨੈਸ ਦਾ ਫਾਇਦਾ ਤਾਂ ਹੁੰਦਾ ਜੇ ਸਾਡੇ ਕੋਲੇ ਕੋਈ ਅਸੀਂ ਆਪਦਾ ਢਾਂਚਾ ਬਣਾ ਕੇ ਬੈਠੇ ਹੁੰਦੇ ਅੱਜ ਤਾਈਂ। ਜਦੋਂ ਆਪਾਂ ਸ਼ੰਭੂ ਮੋਰਚੇ ਤੋਂ ਪਹਿਲਾਂ ਦੀਆਂ ਗੱਲਾਂ ਕਰਦੇ ਆਉਂਦੇ ਆ ਵੀ ਪੰਜਾਬ ਨੂੰ ਇੱਕ ਆਪਦੀ ਸਿਆਸਤ ਘੜਨੀ ਪੈਣੀ ਆ, ਪੰਜਾਬ ਨੂੰ ਆਪਦੀ ਸਿਆਸਤ ਸੋਸ਼ਲ ਸਟਰਕਚਰ ਲਈ ਵੀ ਘੜਨੀ ਪੈਣੀ ਆ, ਪੋਲੀਟੀਕਲ ਸਟਰਕਚਰ ਲਈ ਵੀ ਘੜਨੀ ਪੈਣੀ ਆ, ਉਦੋਂ ਤਾਂ ਮੈਨੂੰ ਇਹ ਗੱਲਾਂ ਇਹ ਕਹਿ ਕੇ ਵੀ ਆ ਗਈ ਬਿੱਲੀ ਥੈਲਿਓਂ ਬਾਹਰ, ਵੇਖੋ ਇਹ ਪੋਲੀਟੀਕਲ ਕਿਸੇ ਫਾਇਦੇ ਲਈ ਆਇਆ, ਇਹ ਤਾਂ ਕੋਈ ਨਾ ਕੋਈ ਪਾਰਟੀ ਬਣਾਊਗਾ ਤੇ ਆਪਦੀ ਆ ਗਈ ਬਿੱਲੀ ਥੈਲਿਓਂ ਬਾਹਰ, ਆਹੀ ਕੰਮ। ਹੁਣ ਸਾਰੇ ਹੀ ਉਧਰ ਨੂੰ ਤੁਰੇ ਫਿਰਦੇ ਆ। ਦੂਜੇ ਕਿ ਦਿਨ ਕੋਈ ਨਾ ਕੋਈ ਗਰੁੱਪ ਅਨਾਉਂਸ ਹੋ ਜਾਂਦਾ ਤੇ ਉਹ ਮੁੜ ਕੇ ਪੋਲੀਟੀਕਲ ਪਾਰਟੀਆਂ ਦੇ ਬੰਦਿਆਂ ਨਾਲ ਮੀਟਿੰਗਾਂ ਕਰਦੇ ਫਿਰਦੇ ਆ। ਨਿਕਲਣਾ ਕਿਸੇ ਨੂੰ ਕੁਛ ਨਹੀਂ ਇਹਦੇ 'ਚੋਂ, ਮੱਥਾ ਮਾਰਨ ਵਾਲੀ ਗੱਲ ਹੀ ਆ। ਇਹ ਤਾਂ ਛਾਨਣਾ ਲੱਗਿਆ, ਬੜੇ ਝੜਨਗੇ ਇੱਥੇ ਜਿਹੜੇ ਆਪਦੇ ਆਪ ਨੂੰ ਬਚਾ ਕੇ ਰੱਖ ਸਕਣ ਉਹ ਆਉਣ ਵਾਲੇ ਸਮੇਂ 'ਚ ਐਟਲੀਸਟ ਮਾੜਾ ਮੋਟਾ ਖੜਨ ਜੋਗੇ ਇਹ ਰਹਿਣਗੇ ਵੀ ਅਸੀਂ ਸਿਧਾਂਤਾਂ ਤੇ ਆਪਦਾ ਪਹਿਰੇਦਾਰੀ ਕੀਤੀ ਆ। ਤੇ ਅਸੀਂ ਦੇਖੋ ਗੱਲ ਪਤਾ ਕੀ ਆ, ਜਦੋਂ ਵੀ ਪੰਜਾਬ ਨੇ ਕਿਸੇ ਦੇ ਪਿੱਛੇ ਵੋਟਾਂ ਪਾਈਆਂ, ਈਵਨ ਪੋਲੀਟੀਕਲ ਸਟਰਕਚਰ ਜਾਂ ਮੇਨ ਸਟ੍ਰੀਮ ਪੋਲਿਟਿਕਸ ਦੀ, ਇਲੈਕਟਰਲ ਪੋਲਿਟਿਕਸ ਦੀ ਗੱਲ ਕਰਦੇ ਆ, ਉਹ ਇਸ ਕਰਕੇ ਨਹੀਂ ਪਾਈਆਂ ਵੀ ਉਹ ਬੰਦਾ ਬਹੁਤ ਬ੍ਰਿਲੀਅੰਟ ਮਾਈਂਡ ਸੀ, ਉਹ ਇਸ ਕਰਕੇ ਵੀ ਪਾਈਆਂ ਵੀ ਬੰਦੇ ਨੇ ਸੰਘਰਸ਼ ਕੀਤਾ ਸਾਡੇ ਖਾਤਰ ਜੇਲ੍ਹਾਂ ਵੀ ਕੱਟੀਆਂ। ਤੁਸੀਂ ਵੇਖ ਲਓ ਅਕਾਲੀ ਦਲ ਜਦੋਂ ਖੜਾ ਹੋਇਆ ਉਹ ਉਦੋਂ ਹੀ ਅਕਾਲੀ ਦਲ ਸੀ, ਜਦੋਂ ਜੇਲ੍ਹਾਂ ਕੱਟ ਕੇ ਆਉਂਦੇ ਸੀ ਉਹਨਾਂ ਦੇ ਲੀਡਰ, ਜਦੋਂ ਉਹ ਸੰਘਰਸ਼ ਕਰਦੇ ਸੀ, ਜਦੋਂ ਪੰਜਾਬ ਦੇ ਜਾਂ ਪੰਥ ਦੇ ਸਿਧਾਂਤਾਂ ਤੇ ਰਹਿੰਦੇ ਸੀ। ਇੱਥੇ ਕੀਤਾ ਕੀ ਆ, ਸੈਂਟਰ ਸਰਕਾਰ ਨੇ ਅਕਾਲੀ ਦਲ ਨੂੰ ਅਕਾਲੀ ਦਲ ਦੇ ਵਿਰੋਧੀ ਵਰਤ ਕੇ ਅਕਾਲੀ ਦਲ ਨੂੰ ਹੀ ਖਤਮ ਕਰਕੇ, ਸੋ ਹੁਣ ਅਕਾਲੀ ਦਲ ਵੀ ਹੌਲੀ ਹੌਲੀ ਦੇਖੋ ਪੰਜਾਬ ਤੇ ਪੰਥਕ ਮੁੱਦਿਆਂ ਤੇ ਵਾਪਸ ਆ ਰਿਹਾ, ਉਹਨਾਂ ਕੋਲੇ ਚੋਇਸ ਹੀ ਨਹੀਂ ਬਚੀ। ਜੇ ਅੱਜ ਅਕਾਲੀ ਦਲ ਦਾ ਗੱਠਜੋੜ ਹੁੰਦਾ ਨਾ ਬੀਜੇਪੀ ਨਾਲ, ਤਾਂ ਜਿਹੜਾ ਸੋਧਾ ਦਰਬਾਰ ਸਾਹਿਬ ਲੱਗਿਆ ਉਹ ਕਦੇ ਨਹੀਂ ਲੱਗਣਾ ਸੀ। ਇਹ ਗੱਲ ਨੂੰ ਸਮਝੋ ਤੁਸੀਂ, ਉਹ ਲੱਗਿਆ ਹੀ ਤਾਂ ਕਿਉਂਕਿ ਇਹਨਾਂ ਦਾ ਗੱਠਜੋੜ ਨਹੀਂ ਆ। ਇਹਨਾਂ ਨੂੰ ਪਤਾ ਵੀ ਸਪੇਸ ਸਾਡੀ ਪੰਥਕ ਆ ਤੇ ਪੰਥਕ ਸਪੇਸ ਉਹ ਆ ਵੀ ਜਿੱਥੇ ਸਿਧਾਂਤਾਂ ਤੇ ਪਹਿਰਾ ਦੇਣਾ ਪਊਗਾ, ਤੇ ਇਹ ਉਸ ਸਿਧਾਂਤਾਂ ਤੇ ਵਾਪਸ ਆ ਕੇ ਆਪਦੀ ਸਪੇਸ ਨੂੰ ਲੱਭ ਰਹੇ ਆ ਹੁਣ। ਸੋ ਇਸ ਕਰਕੇ ਜਿਹੜੀਆਂ ਇਹ ਗੱਲਾਂ ਨਾ ਵੀ ਮੈਂ ਇੱਕ ਜਵਾਬ 'ਚ ਤੁਹਾਨੂੰ ਸਾਰਾ ਕੁਝ ਹੀ ਦੱਸ ਜਾਂ, ਇਹ ਆਏ ਨਹੀਂ ਆ। ਇਹ ਗੱਲਾਂ ਬੜੀ ਪੋਲੀਟੀਕਲ ਮੈਚੋਰਿਟੀ ਐਂਡ ਜਿਹੜੀ ਇੰਟੈਲੈਕਚੁਅਲ ਕੈਲੀਬਰ ਆ ਉਹਨੂੰ ਰਾਈਜ਼ ਕਰਕੇ ਹੀ ਕੀਤੀਆਂ ਜਾ ਸਕਦੀਆਂ। ਇਹਦੇ ਤੇ ਤਾਂ ਸੈਮੀਨਾਰਸ ਹੁੰਦੇ ਆ ਵੀ ਸਾਡਾ ਗਾਂ ਵਾਲਾ ਰਾਹ ਕੀ ਆ, ਹੁਣ ਅਸੀਂ ਗਾਂ ਆਉਣ ਵੇਲੇ ਜਿਹੜਾ ਆਉਣ ਵਾਲਾ ਸਮਾਂ ਉਹਦੇ ਤੇ ਸਾਡੀ ਕੀ ਸਟ੍ਰੈਟੇਜਾਈਜ਼ ਹੋਵੇ ਜਾਂ ਪੰਜਾਬ ਦੀਆਂ ਧਿਰਾਂ ਕੀ ਸਟ੍ਰੈਟਜੀਜ਼ ਬਣਾ ਕੇ ਚੱਲਣ। ਇੱਥੇ ਤਾਂ ਡਾਇਲੌਗ ਜਿਹੜਾ ਅੱਜ ਦੀ ਡੇਟ 'ਚ ਸਾਰੇ ਕਿਸਾਨੀ ਸੰਘਰਸ਼ 'ਚ ਹੱਥ ਜੋੜ ਮੈਂ ਸਾਡੇ ਆਗੂਆਂ ਨੂੰ ਕਹਿੰਦਾ ਰਿਹਾ ਵੀ ਆਪਾਂ ਡਾਇਲੌਗ ਕਰ ਲਈਏ, ਮੀਟਿੰਗ ਹੀ ਕਰ ਲਓ। ਬਾਈ ਜੀ ਉਹਨਾਂ ਨੇ ਹੱਥ ਪੱਲਾ ਹੀ ਨਹੀਂ ਫੜਾਇਆ, ਉਲਟਾ ਬਦਨਾਮੀ ਤੇ ਸ਼ੁਰੂ ਹੋ ਗਏ, ਪੁਰਾਣੀਆਂ ਫੋਟੋਆਂ ਦਿਖਾ ਕੇ। ਫੋਟੋਆਂ ਤਾਂ ਇਹਨਾਂ ਦੀਆਂ ਕੱਢ ਲੈਂਦੇ ਆਪਾਂ, ਫਿਰ ਉਹ ਢੰਗ ਜਾਂ ਤਾਂ ਰਹਿ ਗਿਆ। ਸੋ ਡਾਇਲੌਗ ਵਾਲੀ ਤਾਂ ਰੀਤ ਹੀ ਖਤਮ ਕਰਤੀ ਨਾ ਇੱਥੇ। ਜਾਂ ਇੱਕ ਗੱਲ ਆ ਜਿਹੜੀ ਪੰਜਾਬ 'ਚ ਸਾਡੇ ਪੰਥ 'ਚ ਗੁਰੂ ਪੰਥ 'ਚ ਇੱਕ ਗੱਲ ਆ ਵੀ ਗੁਰਮਤਾ ਕਰੋ, ਸੰਗਤ 'ਚ ਬਹਿ ਕੇ ਗੁਰਮਤਾ ਕਰੋ, ਕਿਉਂਕਿ ਸੰਗਤ 'ਚ ਬੜਾ ਕੁਝ ਨਿਕਲ ਕੇ ਬਾਹਰ ਆਉਂਦਾ ਹੁੰਦਾ, ਨਿਖਰਦੀਆਂ ਗੱਲਾਂ। ਉੱਥੋਂ ਇੱਕ ਥਾਟ ਇਵੋਲਵ ਹੁੰਦਾ, ਥਾਟ ਦੇ ਨਾਲ ਲੀਡਰਸ਼ਿਪ ਇਵੋਲਵ ਹੁੰਦੀ ਆ। ਕਦੇ ਇਹਨਾਂ ਨੇ ਇਹ ਗੱਲ ਕੀਤੀ, ਆਪਦਾ ਬੈਠ ਕੇ ਡਿਸੀਜਨ ਲੈ ਆਉਂਦੇ। ਹੁਣ ਪਤਾ ਕੀ ਹੋ ਗਿਆ, ਹੁਣ ਇਹਨਾਂ ਨੂੰ ਇਹ ਲੱਗਦਾ ਵੀ ਅਸੀਂ ਬਹੁਤ ਵੱਡਾ ਇੱਕ ਜਿਹੜਾ ਸੰਘਰਸ਼ ਜਿੱਤ ਕੇ ਆਏ ਆ ਤੇ ਉਹਦਾ ਬਹੁਤ ਵੱਡਾ ਸਿਹਰਾ ਲੋਕ ਸਾਨੂੰ ਦੇਣਗੇ। ਇਹਨਾਂ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋਣੀਆਂ, ਇਹ ਦੇਖ ਲਓ, ਕਿਉਂਕਿ ਲੋਕਾਂ ਨੂੰ ਵੀ ਨਹੀਂ ਪਤਾ ਵੀ ਸੰਘਰਸ਼ ਕਿਉਂ ਜਿੱਤਿਆ ਗਿਆ, ਨਾ ਇਹਨਾਂ ਨੂੰ ਪਤਾ। ਲੋਕਾਂ ਨੂੰ ਅੰਦਰ ਖਾਤੀ ਪਤਾ ਸਬਕੌਂਸ਼ੀਅਸ ਲੈਵਲ ਤੇ ਵੀ ਸੰਘਰਸ਼ ਕਿਉਂ ਜਿੱਤਿਆ ਗਿਆ, ਪਰ ਇਹ ਨਹੀਂ ਵੀ ਲੀਡਰਾਂ ਨੇ ਜਿੱਤਿਆ। ਇਹ ਕਲੇਮ ਕਰਦੇ ਫਿਰਦੇ ਆ ਸਾਰੇ। ਸੰਘਰਸ਼ ਦਾ ਜਿਹੜਾ ਐਂਡ ਆ ਉਹ ਜਿਹੜੀ ਇੱਕ ਆਈਡੀਅਲ ਸਿਚੁਏਸ਼ਨ ਹੁੰਦੀ ਆ ਮੋਰਚੇ ਦੀ, ਉਵੇਂ ਵੀ ਨਹੀਂ ਹੋਇਆ ਹਨਾ। ਆਈਡੀਅਲ ਸਿਚੁਏਸ਼ਨ ਇਹ ਹੁੰਦੀ ਆ ਵੀ ਜੇਲ੍ਹਾਂ ਕੱਟੀਆਂ ਹੋਣ, ਡਾਂਗਾਂ ਖਾਧੀਆਂ ਹੋਣ, ਇੱਕ ਸੰਘਰਸ਼ ਕੀਤਾ ਹੋਵੇ, ਉਹ ਵੀ ਨਹੀਂ ਹੋਇਆ। ਸੋ ਇਹਨਾਂ ਨੂੰ ਵੀ ਸਮਝ ਨਹੀਂ ਆ ਰਹੀ ਵੀ ਯਾਰ ਇਹ ਗੱਲ ਕੀ ਵਾਪਰ ਗਈ। ਇਹਦੇ ਪਿੱਛੇ ਜਿਹੜੀ ਗੱਲ ਆ ਉਹ ਬਹੁਤ ਵੱਡੀ ਕਨਸਪੀਰੇਸੀ ਆ, ਪਰ ਗੱਲ ਇਹ ਵੀ ਹੋਈ ਆ ਵੀ ਪੋਜ਼ਿਟਿਵਿਟੀ ਇੰਨੀ ਆ ਗਈ ਵੀ ਲੋਕਾਂ ਨੇ ਪੰਥ ਨੂੰ ਸਿਹਰਾ ਦੇਤਾ ਵੀ ਗੁਰੂ ਸਾਹਿਬ ਅਗਵਾਈ ਕਰ ਰਹੇ ਸੀ। ਇਹਨਾਂ ਨੇ ਤਾਂ ਚਿੱਠੀਆਂ ਲਿਖਤੀਆਂ ਸੀ ਵੀ ਇਦੋਂ ਘੱਟ ਗੱਲ ਤੇ ਅਸੀਂ ਮੰਨਦੇ ਹਾਂ ਤੇ ਅਸੀਂ ਆ ਜਾਓ ਸਾਡੇ ਨਾਲ ਬੈਠੋ। ਉਹ ਬੈਠੇ ਵੀ ਨਹੀਂ। ਬੈਠੇ ਕਦੋਂ ਤੱਕ ਸੀ? 26 ਤੱਕ, ਜਦੋਂ ਤੱਕ ਅਸਲ ਸੰਘਰਸ਼ ਲੜ ਰਹੇ ਸੀ ਅਸੀਂ। 26 ਤੋਂ ਬਾਅਦ ਤਾਂ ਕੋਈ ਸੰਘਰਸ਼ ਵੀ ਨਹੀਂ ਲੜਿਆ ਗਿਆ, ਜਦੋਂ ਸਾਡੇ ਵਿਰੋਧੀ ਪੋਜੀਸ਼ਨਾਂ ਲੈ ਲਈਆਂ। ਅੱਜ ਮਨਦੀਪ ਪੁਨੀਆ ਨੇ ਆ ਕੇ, ਤੁਸੀਂ ਸੁਣੀਆ ਇੰਟਰਵਿਊ ਪ੍ਰੋ ਪੰਜਾਬ ਤੇ ਕੀ ਬੋਲ ਕੇ ਗਿਆ ਉਹ ਕਹਿੰਦਾ ਇਹ ਤਾਂ ਸਿਰਫ ਆਪਦੇ ਤੱਕ ਸੀਮਤ ਸੀ। ਇਹਨਾਂ ਨੂੰ ਆਏ ਸੀ ਵੀ ਇੱਥੋਂ ਸਾਡੀ ਲੀਡਰਸ਼ਿਪ ਨਾ ਸਾਡੇ ਹੱਥੋਂ ਖੁੱਸ ਜੇ, ਕਿਉਂਕਿ 26 ਨਵੰਬਰ ਨੂੰ ਜਦੋਂ ਬੈਰੀਕੇਡ ਪੱਟੇ ਆਪਾਂ ਉਹਦੇ ਲੀਡਰਸ਼ਿਪ ਇੱਕ ਵਾਰੀ ਤਾਂ ਖੁੱਸ ਗਈ ਸੀ। 2 ਦਿਨ ਬਾਅਦ ਲੱਤਾਂ ਘੜੀਸਦੇ ਉੱਥੇ ਆਏ ਇਹ, ਤੇ ਫੇਰ ਵੀ ਸਾਰੇ ਨੌਜਵਾਨਾਂ ਨੇ ਸਟੇਜ ਲਾ ਕੇ ਇਹਨਾਂ ਨੂੰ ਸਟੇਜ ਦੇਤੀ ਵੀ ਨਹੀਂ ਤੁਸੀਂ ਬਜ਼ੁਰਗੋਂ, ਤੁਸੀਂ ਸਾਂਭੋ ਸਟੇਜ। ਇਹਨਾਂ ਦੇ ਇਹ ਵੀ ਗੱਲ ਸਮਝ ਨਹੀਂ ਆਈ। ਮੇਰਾ
ਟਰੈਕਟਰ ਤੇ ਖੜ ਕੇ ਲਾਲ ਕਿਲੇ 'ਚ ਭਾਸ਼ਣ ਸੁਣ ਲਓ ਤੁਸੀਂ, ਉੱਥੇ ਕੀ ਗੱਲ ਕਹੀ ਹੋਈ ਆ ਵੀ ਇਹ ਬਜ਼ੁਰਗ ਸਾਡੇ ਆਗੂ ਆ, ਇਹਨਾਂ ਦੀ ਅਗਵਾਈ 'ਚ ਸੰਘਰਸ਼ ਲੜ ਰਹੇ ਆ, ਇੱਥੇ ਬੈਠੇ ਆ, ਸਾਨੂੰ ਕੋਈ ਲੀਡਰਸ਼ਿਪ ਅਗਲਾ ਕੋਈ ਰਾਹ ਦੇਵੇ। ਜਿਹੜੇ ਕਹਿੰਦੇ ਆ ਵੀ ਦੀਪ ਸਿੱਧੂ ਭੱਜ ਗਿਆ ਨਾ, ਦੀਪ ਸਿੱਧੂ ਉੱਥੇ ਖੜ ਕੇ ਬੋਲਿਆ, ਉਦੋਂ ਬਾਅਦ ਦੀਪ ਸਿੱਧੂ ਉੱਤੇ ਗਿਆ, ਉੱਤੇ ਜਾ ਕੇ ਬੰਦਿਆਂ ਦੀਆਂ ਮਿੰਨਤਾਂ ਕੀਤੀਆਂ, ਸਭ ਕੁਝ ਵੀਡੀਓਜ਼ 'ਚ ਪਿਆ ਵੀ ਬਾਈ ਜੀ ਬਹੁਤ ਮਿਹਰ ਹੋਈ ਆ, ਬੜੀ ਚੜ੍ਹਦੀ ਕਲਾ ਹੋਈ ਆ, ਆ ਜਾਓ ਆਪਾਂ ਹੁਣ ਥੱਲੇ ਬਹਿਣਾ। ਆਪਦੇ ਬੰਦਿਆਂ ਨੂੰ ਲੈ ਕੇ ਆਇਆ ਥੱਲੇ, ਜਿਹੜਾ ਕਹਿੰਦੇ ਆ ਨਾ ਵੀ ਪੁਲਿਸ ਦੀ ਮਦਦ ਕਰ ਰਿਹਾ ਸੀ, ਵਾਕਈ ਉਹ ਮਦਦ ਕਿਵੇਂ ਸੀ ਵੀ ਅਸੀਂ ਸਿਚੁਏਸ਼ਨ ਨੂੰ ਕੰਟਰੋਲ ਤੇ ਡਿਫਿਊਜ਼ ਵੀ ਕਰਨਾ ਹੁੰਦਾ ਵੀ ਇੱਥੇ ਕੋਈ ਗੱਲ ਨਾ ਵਾਪਰ ਜੇ ਕੋਈ ਗੱਲ ਵਾਪਰਦੀ ਹੈ ਤਾਂ ਸਾਡੇ ਤੇ ਹੀ ਆਉਣੀ ਆ ਵੀ ਦੇਖੋ ਇਹ ਬੰਦੇ ਕਿਵੇਂ ਹਿੰਸਕ ਹੋ ਗਏ, ਤੇ ਜਿਹੜੀ ਆਈ ਬਾਅਦ 'ਚ। ਸੋ ਇਹ ਉਦੋਂ ਬਾਅਦ ਆ ਕਿ ਤੂੰ ਮੋਟਰਸਾਈਕਲ ਲੈ ਕੇ ਤੁਰ ਗਿਆ, ਮੋਟਰਸਾਈਕਲ ਲੈ ਕੇ ਨਹੀਂ, ਉਹ ਮੈਂ ਉੱਥੋਂ ਆਇਆ ਮੋਰਚੇ 'ਚ ਆ ਕੇ ਟਰੈਕਟਰ ਤੇ ਬਹਿ ਕੇ ਹਿੰਦੀ 'ਚ ਲਾਈਵ ਕੀਤਾ, ਤੇ ਉਦੋਂ ਤੱਕ ਤਾਂ ਇਹਨਾਂ ਨੇ ਗੱਲ ਐਡੀ ਵੱਡੀ ਮੇਰੇ ਖਿਲਾਫ ਸਿਰਜਤੀ ਵੀ ਇਹ ਤਾਂ ਜੀ ਸੰਘਰਸ਼ ਦਾ ਜਿਹੜਾ ਗਦਾਰ ਆ, ਤੇ ਇਹਦੇ ਕਰਕੇ ਇਹ ਸਾਰਾ ਜਿਹੜਾ ਮਸਲਾ ਹੋਇਆ, ਤੇ ਇਹ ਤਾਂ ਬਹੁਤ ਮਾੜੀ ਗੱਲ ਹੋ ਗਈ। ਤੇ ਉੱਥੇ ਮੌਬ ਲਿੰਚਿੰਗ ਵਾਲੀ ਜਿਹੜੀ ਗੱਲ ਹੁੰਦੀ ਆ ਨਾ, ਉਹ ਹੁੰਦੀ ਆ ਵੀ ਪਲੈਨਡ ਹੋਵੇ ਤੇ ਤੁਸੀਂ ਇੱਕ ਬੰਦੇ ਨੂੰ ਦੋਸ਼ੀ ਬਣਾ ਲਓ ਤੇ ਉਹਦੇ ਤੇ ਮੁੜ ਕੇ ਸਾਰੇ ਚੜ ਜਾਓ। ਉੱਥੇ ਵੀ ਮੈਂ ਲਿਟਰਲੀ ਮੈਂ ਤੁਹਾਨੂੰ ਦੱਸਾਂ, ਜਿਹੜੇ ਬੰਦੇ ਇਕੱਠੇ ਹੋਏ ਸੀ ਉਹਨਾਂ ਨੂੰ ਵੀ ਚੈਲੰਜ ਕਰਕੇ, ਤੇ ਜਿਹੜੇ ਬੰਦੇ ਪਿੱਛੇ ਭੱਜੇ ਸੀ ਉਹਨਾਂ ਨੂੰ ਵੀ ਚੈਲੰਜ ਕਰਕੇ ਗਿਆ ਵੀ ਕੋਈ ਨਹੀਂ, ਕੱਲੇ ਨੂੰ ਤੁਹਾਨੂੰ ਵੀ ਦੇਖਾਂਗੇ। ਤੇ ਦੀਪ ਸਿੱਧੂ ਨੇ ਕਿਤੇ ਡਰਿਆ ਇਸ ਕਰਕੇ ਕਿਉਂਕਿ ਸਿਰਫ ਸਿਧਾਂਤ ਤੇ ਖੜੇ ਸੀ ਔਰ ਤਾਕਤ ਗੁਰੂ ਸਾਹਿਬ ਤੋਂ ਲੈਂਦੇ ਸੀ। ਸੋ ਅਦਰਵਾਈਜ਼ ਮੈਂ ਇੱਕ ਇਹਨਾਂ ਨੂੰ ਚੈਲੰਜ ਕਰਦਾ ਵੀ ਮੈਂ 5 ਬੰਦੇ ਹੀ, ਤੁਸੀਂ ਤਾਂ ਬੰਦੇ 500 ਸੀ ਨਾ, ਮੈਂ 5 ਬੰਦੇ ਰੱਖ ਲੈਣਾ ਆਪਦੇ ਨਾਲ, ਤੇ ਤੁਸੀਂ ਮੇਰੇ ਤੋਂ ਭੱਜ ਕੇ ਦਿਖਾ ਦਿਓ, ਨਿਕਲ ਕੇ ਦਿਖਾ ਦਿਓ। ਚੈਲੰਜ ਕਰਦਾ ਮੈਂ ਇਸ ਗੱਲ ਦਾ। ਨਹੀਂ, ਦੂਜੀ ਗੱਲ ਆਪਾਂ ਇੱਕ ਹੋਰ ਜਿਹੜੀ ਇਹ ਲੈ ਕੇ ਆਉਂਦੇ ਆ ਨਾ ਵੀ ਮੋਰਚਾ ਹੁਣ ਲਾ ਲਓ ਅਸੀਂ ਮੈਂ ਇਹਨਾਂ ਨੂੰ ਚੈਲੰਜ ਕਰਦਾ, ਆ ਜਿਹੜੀ ਕਾਂਗਿਆਰੀ ਜੀ ਆ, ਠੀਕ ਹੈ, ਜਿਹੜੇ ਕਾਮਰੇਡੀ ਲਾਣਾ ਵੀ ਇੱਕ ਪਾਸੇ ਮੋਰਚਾ ਅਸੀਂ ਲਾ ਲੈਂਦੇ ਆ ਤੇ ਇੱਕ ਪਾਸੇ ਤੁਸੀਂ ਲਾ ਲਓ, ਫਿਰ ਵੇਖਦੇ ਆ ਕਿਹਦੇ ਤਿਲਾਂ 'ਚ ਕਿੰਨਾ ਕੁ ਤੇਲ ਆ। ਬੋਲੇ ਸੋ ਨਿਹਾਲ। ਸੋ ਤੁਸੀਂ ਸਾਨੂੰ ਮੋਰਚੇ ਲਾਉਣੇ, ਸੰਘਰਸ਼ ਕਰਨੇ ਨਾ ਸਿਖਾਓ, ਤੁਸੀਂ ਲੱਭੋ ਹੁਣ ਨਵਾਂ ਕਿਹੜਾ ਸੁਮੇਧ ਸੈਣੀ ਤੁਹਾਡਾ ਜਾਂ ਕਿਹੜਾ KPS ਗਿੱਲ ਆ। ਸਾਨੂੰ ਕਿਸੇ ਦੀ ਲੋੜ ਨਹੀਂ, ਨਾ ਅਸੀਂ ਕਿਸੇ ਤੋਂ ਹਥਿਆਰ ਲੈ ਕੇ ਸੰਘਰਸ਼ ਲੜਦੇ ਆ, ਉਹਦਾ ਤੁਸੀਂ ਲੈਂਦੇ ਹੋ। ਤੁਸੀਂ ਸਾਨੂੰ ਨਾ ਸਿਖਾਓ ਵੀ ਕਿਹੜੇ ਅਸੀਂ ਮੁੱਦੇ ਤੇ ਮੋਰਚਾ ਲਾਈਏ ਜਾਂ ਕਿਹੜੇ ਮੁੱਦੇ ਤੇ ਅਸੀਂ ਸੰਘਰਸ਼ ਕਰੀਏ। ਸੋ ਇਹ ਗੱਲਾਂ ਤਾਂ ਹੁਣ ਨਿੱਤਰਨਗੀਆਂ, ਇਹ ਬੜਾ ਵੱਡਾ ਇਹ ਗੱਲ ਹੁਣ ਅਸਲ ਉੱਥੇ ਆ ਗਈ ਹੈ ਨਾ ਜਿੱਥੇ ਸਵਾਲ ਅਸੀਂ ਕਰ ਸਕਦੇ ਹਾਂ ਇਹਨਾਂ ਨੂੰ ਵੀ ਦੱਸੋ ਤੁਸੀਂ ਕੀਤਾ ਕੀ ਆ ਸਾਡੇ ਲਈ। ਲਾਸਟ ਸਵਾਲ ਹੈ ਜੀ, ਤੁਸੀਂ ਵੀ ਬਿਆਨ ਸੁਣਾਉਣਾ ਮੁੱਖ ਮੰਤਰੀ ਪੰਜਾਬ ਦਾ ਕੱਲ੍ਹ, ਉਹਨਾਂ ਨੇ ਕਿਹਾ ਕਿ ਅਸੀਂ ਨਸ਼ੇ ਦੇ ਤਸਕਰਾਂ ਨੂੰ ਹੱਥ ਪਾ ਲਿਆ ਤੇ ਜਲਦੀ ਜਿਹੜੇ ਬੇਅਦਬੀ ਦੇ ਦੋਸ਼ੀ ਉਹ ਸੜਕਾਂ ਪਿੱਛੇ ਹੋਣਗੇ। ਬਾਈ ਜੀ 5 ਸਾਲ ਉਹਨਾਂ ਨੇ ਵੀ ਸਰਕਾਰ ਬਣਾ ਲਈ ਹੈ ਨਾ, ਚੋਣਾਂ ਦੇ ਕੋਲੇ ਆ ਕੇ ਇਹ ਸਾਰੀਆਂ ਕਾਰਵਾਈਆਂ ਕਰਦੇ ਆ, ਤੁਹਾਡੇ ਸਾਹਮਣੇ ਆ। ਇਹ ਜਦੋਂ ਤੱਕ ਆ ਚੁਣਾਵੀ ਮਾਹੌਲ ਜਾਂ ਭਖਿਆ ਤੇ ਇਹਨਾਂ ਦੀਆਂ ਭਰਮਾਉਣ ਵਾਲੀਆਂ ਜਿਹੜੀਆਂ ਸਾਰੀਆਂ ਗੱਲਾਂ ਉਹ ਤੁਰੀਆਂ ਫਿਰਦੀਆਂ ਰਹਿੰਦੀਆਂ ਇੱਥੇ। ਸੋ ਇਹਨਾਂ ਦਾ ਸਿਰਫ ਮਕਸਦ ਇੱਕ ਆ, ਤੁਸੀਂ ਇਹ ਵੇਖੋ ਮਕਸਦ ਕੀ ਆ ਵੀ ਕਿਵੇਂ ਨਾ ਕਿਵੇਂ ਹੁਣ ਕਰਕੇ ਆਪਦੀ ਇੱਕ ਲੰਗੜੀ ਫੌਜਦਾਰੀ ਵਾਲੀ ਸਰਕਾਰ ਬਣਾ ਲਈਏ, ਇਹਦੇ ਉੱਤੇ ਕੋਈ ਮਕਸਦ ਹੀ ਨਹੀਂ। ਇਹ ਤਾਂ ਸਾਨੂੰ ਸਾਰਿਆਂ ਨੂੰ ਨੰਗੇ ਚਿੱਟੇ ਰੂਪ 'ਚ ਹੀ ਸਮਝ ਆ, ਫਿਰ ਅਸੀਂ ਉਹਨਾਂ ਦੇ ਬਿਆਨਾਂ ਨੂੰ ਕ੍ਰਿਟੀਕਲੀ ਨਹੀਂ ਦੇਖਦੇ। ਉਹ ਸਾਡੇ ਬਹੁਤ ਲੋਕ ਇਸ ਜਿਹੜਾ ਸਾਨੂੰ ਭਰਮਾਉਂਦੇ ਆ ਨਾ, ਇਹ ਤਾਂ ਦੇਖੋ ਜਿਹੜਾ ਜ਼ਿਆਦਾ ਭਰਮਾ ਗਿਆ ਉਹ ਉਹਨਾਂ ਵੱਧ ਸਕਸੈਸਫੁਲ ਆ। ਚੋਣਾਂ ਦਾ ਤਾਂ ਇਹ ਜਿਹੜਾ ਸਟਰਕਚਰ ਬਣਿਆ ਹੋਇਆ ਇੱਥੇ ਵੀ ਜਿੰਨਾ ਤੁਹਾਨੂੰ ਵਰਗਲਾ ਲੈਣਗੇ ਉਨੀ ਉਹ ਸਕਸੈਸ ਲੈ ਜਾਣਗੇ। ਸੋ ਜਿਹੜੀ ਪਾਰਟੀ ਜ਼ਿਆਦਾ ਵਰਗਲਾ ਗਈ ਉਹ ਸਰਕਾਰ ਬਣਾ ਜੂਗੀ। ਬਸ ਇਹ ਫਿਰ ਤੁਸੀਂ ਦੇਖੀ ਜਾਓ ਹੁਣ ਹੁੰਦਾ ਕੀ ਹੈ। ਸਰ ਤੁਹਾਡੇ ਤੋਂ ਪਹਿਲਾਂ ਇੱਥੇ ਕੁੰਵਰ ਵਿਜੇ ਪ੍ਰਤਾਪ ਵੀ ਆ ਕੇ ਗਏ ਨੇ, ਉਹ ਕਹਿੰਦੇ ਵੀ ਸਾਡੀ ਪਾਰਟੀ ਆਉਣ ਦੇ ਅਸੀਂ ਪਹਿਲ ਦੇ ਆਧਾਰ ਤੇ ਇਨਸਾਫ ਦਵਾਵਾਂਗੇ। ਦੇਖੋ ਗੱਲ ਇਹੀ ਹੈ ਨਾ, ਤੁਸੀਂ ਇਨਸਾਫ ਕਿਹੜੇ ਸਟਰਕਚਰ ਤੋਂ ਦਵਾਓਗੇ? ਪ੍ਰੋਬਲਮ ਤਾਂ ਇੱਥੇ ਹੀ ਆ ਵੀ ਤੁਸੀਂ ਸਾਰੇ ਕਹਿ ਰਹੇ ਹੋ, ਪਿਛਲੀ ਵਾਰੀ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਧੀ ਸੀ ਵੀ ਅਸੀਂ ਇਨਸਾਫ ਦਵਾਵਾਂਗੇ। ਅੱਜ ਉਹ ਸਰਕਾਰ ਜਿਨ੍ਹਾਂ ਨੂੰ ਅਸੀਂ ਪੰਥਕ ਮੰਨਦੇ ਆ, ਜਦੋਂ ਇਹ ਸਾਰੀਆਂ ਘਟਨਾਵਾਂ ਹੋਈਆਂ ਉਦੋਂ ਉਹ ਕਹਿੰਦੇ ਰਹੇ ਅਸੀਂ ਤਾਂ ਦੇਖੋ ਜੀ CBI ਜਾਂਚ ਵੀ ਕਰਾਈ, ਅਸੀਂ ਆਪ ਵੀ ਕਰਾਈ ਹੈ ਨਾ, ਤਾਂ ਵੀ ਕੋਈ ਇਨਸਾਫ ਨਹੀਂ। ਵੀ ਕਿਹੜੇ ਸਟਰਕਚਰ ਤੋਂ ਤੁਸੀਂ ਇਨਸਾਫ ਦਿਵਾਓਗੇ? ਜਿਹੜੇ ਸਟਰਕਚਰ ਦੇ ਵਿੱਚ ਰਹਿ ਕੇ ਤੁਸੀਂ ਇਨਸਾਫ ਦਿਵਾਓਗੇ ਉਹਦੀ ਤਾਂ ਪਾਲਿਸੀ ਆ ਵੀ ਇਹ ਸਭ ਕੁਝ ਕਰਨਾ, ਫਿਰ ਤੁਹਾਨੂੰ ਇਨਸਾਫ ਕਿੱਥੋਂ ਮਿਲ ਜੂਗਾ? ਸੋ ਤੁਸੀਂ ਜਦੋਂ ਤੱਕ ਬਿਮਾਰੀ ਦੀ ਜੜ ਤੱਕ ਜਾ ਕੇ ਉਹਨੂੰ ਸੰਬੋਧਨ ਨਹੀਂ ਕਰਦੇ, ਐਡਰੈਸ ਨਹੀਂ ਕਰਦੇ, ਉਦੋਂ ਤੱਕ ਇਹ ਸਾਰੀਆਂ ਸਟੇਟਮੈਂਟਸ ਇੱਕ ਛਲਾਵਾ ਜਿਹਾ ਹੀ ਆ, ਐਂਡ देयर इज नो ਟਰੂਥ ਇਨ ਇਟ। ਸੁਖਰਾਜ ਨੇ ਕਿਹਾ ਕਿ ਅਸੀਂ ਜਿਹੜਾ ਬੇਅਦਬੀ ਵਿੱਚ ਚੋਣਾਂ ਦਾ ਮੁੱਦਾ ਇਸ ਵਾਰ ਨਹੀਂ ਬਣ ਦੇਵਾਂਗੇ, ਪਰ ਜਿੱਥੇ ਹੁਣ ਸਿੱਧੂ ਸਾਹਿਬ ਪਹਿਲਾਂ ਆਏ ਆ, ਅੱਜ ਕੁੰਵਰ ਜੀ ਆਏ ਆ, ਉਹ ਤਾਂ ਫਿਰ ਆਪਦਾ ਤੁਸੀਂ ਉਹਨਾਂ ਨੂੰ ਕਿਵੇਂ ਮੰਨਦੇ ਹੋ? ਭਾਈ ਉਹ ਸੁਖਰਾਜ ਦੇ ਕਹਿਣ ਤੇ ਕੀ ਮਤਲਬ? ਕੋਈ ਸੁਖਰਾਜ ਦੀ ਸਟੇਟਮੈਂਟ 'ਚ ਵਿਚਾਰੇ 'ਚ ਕੀ ਗੱਲ ਆ ਉਹਦੇ 'ਚ ਮੈਨੂੰ ਦੱਸੋ।
ਉਹ ਤਾਂ ਇੱਕ ਵਿਸ਼ਫੁਲ ਥਿੰਕਿੰਗ ਆ ਸੁਖਰਾਜ ਦੀ, ਜਿਹੜੀ ਉਹਦੇ ਅੰਦਰ ਇੱਕ ਭਾਵਨਾ ਪਈ ਆ ਨਾ, ਉਹ ਉਹਨੂੰ ਰਿਪਰੈਜ਼ੈਂਟ ਕਰ ਰਿਹਾ। ਪਰ ਸਾਨੂੰ ਪਤਾ ਨਾ ਇਹ ਮਿਲੀਅਨਸ ਆਫ ਰੁਪੀਸ ਸਪੈਂਡ ਕਰ ਰਹੀਆਂ ਇਲੈਕਸ਼ਨ ਜਿਹੜੀਆਂ ਪਾਰਟੀਆਂ ਆ, ਕਿੰਨਾ ਪੈਸਾ, ਕਿੱਡਾ ਵੱਡਾ ਏਜੰਡਾ। ਜੇ ਉਹਨਾਂ ਨੇ ਬਣਾਉਣਾ ਹੋਵੇ ਇਹ ਏਜੰਡਾ, ਉਹ ਬਣਾ ਲੈਣਗੇ, ਅਸੀਂ ਰੋਕਾਂਗੇ ਕਿਵੇਂ? ਸਾਡੇ ਕੋਲੇ ਕੀ ਰਿਸੋਰਸਿਸ ਆ? ਸਾਡੇ ਕੋਲੇ ਕੁਝ ਗੱਲ ਹੈ ਜਿਸ ਕਰਕੇ ਅਸੀਂ ਕਿਸੇ ਚੀਜ਼ ਨੂੰ ਰੋਕ ਸਕੀਏ? ਤੇ ਲੋਕ ਹੰਬੇ ਪਏ ਆ ਕਿਸਾਨੀ ਸੰਘਰਸ਼ ਤੋਂ ਬਾਅਦ। ਅਗਲੇ ਨੂੰ ਆਏ ਆ ਵੀ ਯਾਰ ਹੁਣ ਥੋੜਾ ਜਿਹਾ ਸਾਨੂੰ ਮਾੜਾ ਮੋਟਾ ਸਾਹ ਵੀ ਦਿਓ ਅਗਲੇ ਮੋਰਚੇ ਤੋਂ ਪਹਿਲਾਂ। ਇੱਕ ਸਿਚੁਏਸ਼ਨ ਨੂੰ ਵੀ ਤਾਂ ਸਮਝ ਗਏ ਨਾ ਅਸੀਂ। ਸੋ ਸਿਚੁਏਸ਼ਨ ਜਿਹੜੀ ਆ ਉਹ ਬੜੀ ਅਨੁਕੂਲ ਨਹੀਂ ਆ, ਇਸ ਲਈ ਇਹ ਪਰ ਸੰਘਰਸ਼ ਹੁੰਦੇ ਵੀ ਅਨੁਕੂਲ ਸਿਚੁਏਸ਼ਨ ਦੇ ਉਲਟੀ ਆ। ਤੁਹਾਡਾ ਕਹਿਣ ਦਾ ਭਾਵ ਇਹੀ ਹੈ ਜੇ ਕੋਈ ਸਿਆਸੀ ਲੀਡਰ ਇੱਥੇ ਆਉਂਦਾ ਹੈ ਉਹਦੇ ਵਿੱਚ ਦਰਦ ਨਹੀਂਗਾ, ਰਾਜਨੀਤੀ ਸੋਚ ਲੈ ਕੇ ਆਉਂਦਾ। ਦੇਖੋ, ਦਰਦ ਉਹਨਾਂ ਨੂੰ ਆਪਾਂ ਦਰਕਿਨਾਰ ਨਹੀਂ ਕਰਦੇ, ਦਰਦ ਹੋਵੇ ਵੀ, ਪਰ ਜਦੋਂ ਤੱਕ ਉਹ ਇਸ ਗੱਲ ਨੂੰ ਐਕਨੋਲੇਜ ਨਹੀਂ ਕਰਨਗੇ ਵੀ ਇਹ ਇਨਸਾਫ ਉਦੋਂ ਮਿਲੂ ਜਦੋਂ ਸਟਰਕਚਰ ਨੂੰ ਚੈਲੰਜ ਕਰਕੇ ਤੇ ਅਸੀਂ ਹਿੱਕ ਡਾਹ ਕੇ ਦਿੱਲੀ ਦੇ ਸਿਸਟਮ ਦੇ ਸਾਹਮਣੇ ਖੜੇ ਹੋਵਾਂਗੇ ਵੀ ਆਹ ਪੰਜਾਬ ਸਾਰਾ ਇਸ ਜਿਹੜੇ ਤੁਹਾਡੀਆਂ ਪਾਲਿਸੀ ਆ ਇਹਦੇ ਉਲਟ ਖੜ ਗਿਆ। ਜਿਵੇਂ ਮੈਂ ਪਹਿਲਾਂ ਗੱਲ ਕਹੀ ਵੀ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਹੁਣ ਪੰਜਾਬ ਦੇ ਹਿੱਤ 'ਚ ਖੜਨਾ ਚਾਹੀਦਾ, ਤੇ ਜਦੋਂ ਤੱਕ ਤੁਸੀਂ ਸਾਨੂੰ ਆਪਦੀ ਹੋਣੀ ਘੜਨ ਦੇ ਅਧਿਕਾਰ ਨਹੀਂ ਦਿੰਦੇ ਉਦੋਂ ਤੱਕ ਇਹ ਇਨਸਾਫ ਸਾਨੂੰ ਮਿਲਣਾ ਨਹੀਂ, ਕਿਉਂਕਿ ਤੁਸੀਂ ਤਾਂ ਆਪਦੀ ਪਾਲਿਸੀ ਦੇ ਆਧਾਰ ਤੇ ਇਸ ਗੱਲ ਨੂੰ ਨਜਿੱਠਦੇ ਹੋ। ਸਾਡੀ ਜਿਹੜੀ ਦੇਖੋ ਇਹਦੀ ਸਭ ਤੋਂ ਵੱਡੀ ਜਿਹੜੀ ਗੱਲ ਆ ਨਾ ਉਹ ਸਾਨੂੰ ਸਮਝਣ ਦੀ ਜ਼ਰੂਰਤ ਆ। ਜਿਹੜਾ ਪੰਜਾਬ ਆ ਨਾ ਉਹ ਇੱਕ ਸੈਪਰੇਟ ਨੈਸ਼ਨੈਲਿਟੀ ਦਾ ਹੋਮਲੈਂਡ ਆ। ਸੋ ਜਦੋਂ ਇਹ ਗੱਲ ਸੈਪਰੇਟ ਨੈਸ਼ਨੈਲਿਟੀ ਦਾ ਹੋਮਲੈਂਡ ਆ ਨਾ, ਤੇ ਉਸ ਨੈਸ਼ਨੈਲਿਟੀ ਨੇ ਜਾਂ ਉਸ ਖਿੱਤੇ 'ਚ ਰਹਿੰਦੇ ਹੋਏ ਇੱਥੋਂ ਦੇ ਲੋਕਾਂ ਨੇ ਮਿਲ ਕੇ ਯੂਨੀਅਨ ਆਫ ਇੰਡੀਆ ਕ੍ਰੀਏਟ ਕੀਤਾ। ਤੁਸੀਂ ਸਟਰਕਚਰ ਸਮਝੋ ਇਸ ਦੇਸ਼ ਦਾ, ਇਹ ਯੂਨੀਅਨ ਆਫ ਇੰਡੀਆ, union of different nationalities have come together, so we made one union। so ਇਹਦਾ ਮਤਲਬ ਵੱਖ-ਵੱਖ ਖਿੱਤੇ ਇੱਕ ਸੈਪਰੇਟ ਨੈਸ਼ਨੈਲਿਟੀ ਦਾ ਹੋਮਲੈਂਡ ਰਹੇ ਆ, ਤੇ ਉਹ ਐਸਪੀਰੇਸ਼ਨ ਉਹਨਾਂ 'ਚ ਮਰਦੀ ਨਹੀਂ। ਉਹ ਕੱਲੀ ਐਸਪੀਰੇਸ਼ਨ ਨਹੀਂ ਆ, ਉਹਨਾਂ ਦਾ ਐਕਸ਼ਨ, ਰਿਐਕਸ਼ਨ ਐਂਡ ਵੇ ਆਫ ਥਿੰਕਿੰਗ ਵੀ ਉੱਥੋਂ ਇਨਫਲੂਐਂਸਡ ਹੁੰਦਾ। ਸੋ ਇਹਦਾ ਮਤਲਬ ਇੱਥੇ ਜਿਹੜੀ ਡਾਈਵਰਸਿਟੀ ਪਈ ਆ, ਇੱਥੇ ਜਿਹੜੀ ਐਥਨਿਸਿਟੀ ਪਈ ਆ, ਜਦੋਂ ਤੱਕ ਤੁਸੀਂ ਉਹਨੂੰ ਇਕਨੋਲੇਜ ਨਹੀਂ ਕਰਦੇ, ਇੱਥੇ ਕੌਨਫਲਿਕਟ ਤੇ ਇਸ ਤਰ੍ਹਾਂ ਦੀਆਂ ਕੰਪਲੈਕਸ ਸਿਚੁਏਸ਼ਨਸ ਪੈਦਾ ਹੁੰਦੀਆਂ ਰਹਿਣੀਆਂ। ਸੋ ਇਸੇ ਕਰਕੇ ਸੈਂਟਰਲਾਈਜੇਸ਼ਨ ਆਫ ਪਾਵਰ ਨੂੰ, ਜਾਂ ਇਹ ਜਿਹੜੀ ਇੰਨੀ ਪਾਵਰ ਨੂੰ ਸੈਂਟਰਲਾਈਜ਼ ਕਰਕੇ ਪਾਲਿਸੀਆਂ ਵੀ ਉੱਥੋਂ ਘੜਦੇ ਆ, ਉਹਨੂੰ ਚੈਲੰਜ ਕਰਨਾ ਪਊਗਾ। ਜਿਹੜਾ ਉਹਨੂੰ ਚੈਲੰਜ ਕਰਕੇ ਇੱਥੇ ਬਹਿ ਕੇ ਕਹਿੰਦਾ ਇਨਸਾਫ ਦਿਵਾਊਂਗਾ, ਉਹੀ ਸੱਚਾ ਬੰਦਾ। ਜਿਹੜਾ ਉਹਨੂੰ ਚੈਲੰਜ ਕਰਕੇ ਇਹ ਨਹੀਂ ਕਹਿ ਰਿਹਾ ਵੀ ਮੈਂ ਤੁਹਾਡੇ ਨਾਲ ਆ,